हाँ जी बेटे, गुड मॉर्निंग सारे बच्चों ਨੂੰ। हाँ जी बच्चे, ਅਸੀਂ ਲੈਸਨ ਕਰ ਰਹੇ ਆ ਇੰਡੀਆਜ਼ ਰੋਲ ਇਨ ਸਾਰਕ, ਦਾ ਰੀਜਨਲ ਆਰਗੇਨਾਈਜੇਸ਼ਨ ਸਾਰਕ। ਠੀਕ ਹੈ, ਜਿਹੜੇ ਬੱਚੇ ਅੱਜ ਜੁਆਇਨ ਕਰ ਰਹੇ ਆ ਉਹ ਬੱਚਿਆਂ ਨੂੰ ਥੋੜੀ ਜਿਹੀ ਮੈਂ ਹਿਸਟਰੀ ਪਿਛਲੀ ਦੱਸ ਰਹੀ ਹਾਂ ਕਿ ਨਾਲ ਤੁਸੀਂ ਮੇਰੇ ਨਾਲ ਡਿਸਕਸ ਕਰੋ। ਹਾਂਜੀ, ਸਾਰਕ ਕਿਹੜੀ ਹੈ ਬੇਟੇ? ਏਸ਼ੀਆ ਦੇ ਦੱਖਣ ਦੇ ਦੇਸ਼, ਸਾਊਥ ਏਸ਼ੀਅਨ ਕੰਟਰੀਜ਼ ਰੀਜਨ। ਇਟਸ ਅ ਰੀਜਨਲ ਆਰਗੇਨਾਈਜੇਸ਼ਨ। ਤੇ ਯੂਐਨਓ ਅਤੇ ਸਾਰਕ ਦੇ ਵਿੱਚ ਕੀ ਫਰਕ ਹੈ? ਜੇ ਤੁਹਾਨੂੰ ਕੋਈ ਪੁੱਛੇ ਕਿ ਤੁਹਾਡੇ ਸਿਲੇਬਸ 'ਚ ਯੂਐਨਓ ਵੀ ਹੈ ਐਂਡ ਸਾਰਕ ਵੀ ਹੈ ਤਾਂ ਉਹਦੇ 'ਚ ਕੀ ਫਰਕ ਹੈ? ਕਿ ਯੂਐਨਓ ਜੋ ਹੈ ਬੱਚੇ, it is an international organization and 193 countries are the members of UNO, whereas SARC is a regional organization. And which region? ਦੱਖਣੀ ਏਸ਼ੀਆਈ, ਸਾਊਥ ਏਸ਼ੀਅਨ ਕੰਟਰੀਜ਼ ਦੇ ਰੀਜਨ ਦੀ ਜੋ ਆਰਗੇਨਾਈਜੇਸ਼ਨ ਹੈ that is SARC। ਸਾਰਕ ਦੇ ਮੈਂਬਰ ਦੇਸ਼ ਹਨ 8। ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਇਹ ਸਾਰੇ ਹੀ ਕਿਹੜੇ ਹਨ? ਭਾਰਤ ਅਤੇ ਉਸਦੇ ਗੁਆਂਢੀ ਦੇਸ਼। ਇਹਨਾਂ ਨੇ ਮਿਲ ਕੇ ਇੱਕ ਸੰਸਥਾ ਬਣਾਈ ਹੈ ਸਾਰਕ। 1985 ਦੇ ਵਿੱਚ ਇਹ ਸੰਸਥਾ ਬਣੀ ਹੈ। ਹਰ ਸਾਲ ਇਹਦਾ ਸਿਖਰ ਸੰਮੇਲਨ ਹੁੰਦਾ ਹੈ, ਸਮਿਟ। ਐਂਡ ਹੁਣ ਤੱਕ 18 ਵੈਸੇ ਹੋ ਚੁੱਕੇ ਨੇ, 19ਵਾਂ ਆਨਲਾਈਨ ਹੋ ਚੁੱਕਾ ਹੈ ਕਰੋਨੇ ਦੇ ਦੌਰਾਨ। 19 ਸਿਖਰ ਸੰਮੇਲਨ ਹੋ ਚੁੱਕੇ ਨੇ। ਸਾਰਕ ਦਾ ਉਦੇਸ਼, ਸਾਰਕ ਦੇ ਸਿਧਾਂਤ, ਸਾਰਕ ਦੇ ਸੰਮੇਲਨਾਂ ਦੇ ਵਿੱਚ ਕੀਤੇ ਗਏ ਵਿਸ਼ੇਸ਼ ਮੁੱਦਿਆਂ ਉੱਤੇ ਗੱਲਬਾਤ, ਇਹ ਸਾਰਾ ਬੱਚੇ ਮੈਂ ਤੁਹਾਨੂੰ ਕਰਵਾ ਬੈਠੀ ਹਾਂ। ਫਿਰ ਵੀ ਜੇ ਤੁਹਾਡੇ ਚੋਂ ਕਿਸੇ ਨੇ ਸੁਣਨਾ ਹੋਏ ਤਾਂ YouTube ਦੇ ਉੱਤੇ ਇਹ ਸਾਰੇ ਹੋਣਗੇ ਤੁਹਾਡੀ ਲਾਈਵ ਕਲਾਸਿਸ, ਤੁਸੀਂ ਉੱਥੋਂ ਵੀ ਅਟੈਂਡ ਕਰ ਸਕਦੇ ਹੋ। ਠੀਕ ਹੈ ਜੀ, ਅੱਜ ਅਸੀਂ ਕਰਾਂਗੇ ਸਾਰਕ ਦੀ ਇੰਪੋਰਟੈਂਸ ਆਫ ਸਾਰਕ ਜਾਂ ਸਾਰਕ ਦੀ ਮਹੱਤਤਾ। ਸੋ ਹੈਡਿੰਗ ਲਿਖ ਲਓ ਬੱਚੇ, ਇੰਪੋਰਟੈਂਸ ਆਫ ਸਾਰਕ, ਸਾਰਕ ਦੀ ਮਹੱਤਤਾ। ਹਾਂਜੀ, ਕਿਸੇ ਵੀ ਚੀਜ਼ ਦੀ ਜਿਹੜੀ ਇੰਪੋਰਟੈਂਸ ਹੁੰਦੀ ਹੈ ਉਹ ਕਿਹਦੇ ਕਰਕੇ ਹੁੰਦੀ ਹੈ? ਉਹਦੇ ਕੰਮਾਂ ਕਰਕੇ ਹੁੰਦੀ ਹੈ। ਜਿਵੇਂ ਅਸੀਂ ਕਹਿੰਦੇ ਹਾਂ ਫਲਾਣੀ ਚੀਜ਼ ਦੇ ਫਲਾਣਾ ਫਾਇਦਾ ਹੈ। ਜੇ ਕਿਸੇ ਚੀਜ਼ ਦਾ ਫਾਇਦਾ ਕਿਹਦੇ ਕਰਕੇ ਹੁੰਦਾ? ਉਹਦੇ ਕੰਮਾਂ ਕਰਕੇ ਹੁੰਦਾ ਹੈ। ਹੁਣ ਜੇ ਆਪਾਂ ਸਾਰਕ ਦੀ ਇੰਪੋਰਟੈਂਸ ਦੀ ਗੱਲ ਕਰੀਏ, ਇਹ ਕੁਐਸਚਨ ਤੁਹਾਨੂੰ ਬੱਚੇ 4 ਨੰਬਰ 'ਚ ਵੀ ਆ ਸਕਦਾ ਹੈ ਤੇ 6 ਨੰਬਰ 'ਚ ਵੀ ਆ ਸਕਦਾ ਹੈ। ਹੁਣ ਜੇ ਇਨ ਕੇਸ ਕੁਐਸਚਨ ਆ ਜਾਂਦਾ ਹੈ ਕਿ ਸਾਰਕ ਦੀ ਮਹੱਤਤਾ ਉੱਤੇ ਨੋਟ ਲਿਖੋ, ਜਾਂ 6 ਨੰਬਰ 'ਚ ਆ ਜਾਂਦਾ ਹੈ ਸਾਰਕ ਦੀ ਮਹੱਤਤਾ ਦਾ ਵਰਣਨ ਕਰੋ, ਤਾਂ ਇਹਦੇ ਵਿੱਚ ਕੁਝ ਵੀ ਟਫ ਨਹੀਂ ਹੈ। ਸਾਰਕ ਦੀ ਜੇ ਤੁਹਾਨੂੰ ਹਿਸਟਰੀ ਪਤਾ ਹੈ, ਦੇਖੋ ਹੁਣ ਆਪਾਂ ਸਾਰਕ ਕਿਉਂ ਬਣਾਇਆ ਸੀ? ਮੇਨ ਸਾਰਕ ਇਸ ਲਈ ਬਣਾਇਆ ਸੀਗਾ ਕਿ ਤਾਂ ਜੋ ਦੱਖਣ ਦੇ ਏਸ਼ੀਆ ਦੇ ਦੇਸ਼ਾਂ ਨੇ ਆਪਸ ਦੇ ਵਿੱਚ ਸਹਿਯੋਗ ਕਰਨ ਦੇ ਲਈ, ਕਿਉਂਕਿ ਜੇ ਆਪਾਂ ਸਾਰਕ ਦੀ ਫੁੱਲ ਫਾਰਮ ਦੇਖੀਏ, ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਰੀਜਨਲ ਮੈਨੇ ਆਪਣੇ ਰੀਜਨ ਦੇ ਵਿੱਚ, ਕੋਆਪਰੇਸ਼ਨ ਮੀਨਸ ਆਪਣੇ ਰੀਜਨ ਦੇ ਵਿੱਚ ਸਹਿਯੋਗ ਕਰਨ ਦੇ ਲਈ ਇਹ ਸੰਸਥਾ ਬਣੀ ਸੀ। ਹਾਲਾਂਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਸਭ ਉਹ ਕੰਟਰੀਜ਼ ਨੇ ਜਿਹੜੇ ਇੱਕ ਦੂਜੇ ਦੇ ਨਾਲ ਤਾਂ ਹੈ, ਇਹਨਾਂ ਦੀਆਂ ਬਾਉਂਡਰੀਜ਼, ਇਹਨਾਂ ਦੀਆਂ ਸਰਹੱਦਾਂ ਇੱਕ ਦੂਜੇ ਦੇ ਨਾਲ ਮਿਲਦੀਆਂ, ਪਰ ਬੜਾ ਕੁਝ ਸਾਂਝਾ ਵੀ ਹੈ। ਹੁਣ ਜਿਵੇਂ ਹਿੰਦੂ ਧਰਮ ਹੈ, ਹਿੰਦੂ ਧਰਮ ਵੀ ਸਾਂਝਾ ਹੈ, ਨੇਪਾਲ ਦੇ ਵਿੱਚ ਵੀ ਹੈ। ਠੀਕ ਹੈ, ਜੈਨ ਧਰਮ, ਬੁੱਧ ਧਰਮ, ਠੀਕ ਹੈ, ਮੁਸਲਿਮ। ਹੁਣ ਦੇਖੋ ਜੇ ਆਪਾਂ ਪਾਕਿਸਤਾਨ ਨੂੰ ਦੇਖੀਏ, ਪਾਕਿਸਤਾਨ ਦੇ ਵਿੱਚ ਮੁਸਲਿਮ ਕੰਟਰੀ ਹੈ, ਇੰਡੀਆ ਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸੋ ਜਿਹੜਾ ਸਾਡਾ ਨੇਪਾਲ ਹੈ, ਭੂਟਾਨ ਹੈ, ਇਹਨਾਂ ਦੇ ਵਿੱਚ ਬੁੱਧ ਧਰਮ ਹੈ। ਭਾਰਤ ਦੇ ਵਿੱਚ ਵੀ ਕਾਫੀ ਹੱਦ ਤੱਕ ਬੁੱਧ ਧਰਮ ਹੈ। ਸੋ ਦੂਸਰੀ ਗੱਲ, ਕਾਫੀ ਸਾਂਝਾ ਵੀ ਨੇ ਇਹਨਾਂ 'ਚ। ਇਹ ਸਾਰੇ ਕੰਟਰੀਜ਼ ਤਕਰੀਬਨ ਉਹ ਨੇ ਜਿਹੜੇ ਏਸ਼ੀਆ ਦੇ ਦੱਖਣ ਦੇ ਵਿੱਚ ਨੇ। ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ 1945 ਦੇ ਦਹਾਕੇ ਤੋਂ ਬਾਅਦ ਇਹ ਸਾਰੇ ਕੰਟਰੀਜ਼ ਹੌਲੀ ਹੌਲੀ ਆਜ਼ਾਦ ਹੋਏ। ਤੀਸਰੀ ਚੀਜ਼ ਮੈਂ ਤੁਹਾਨੂੰ ਇਹ ਦੱਸੀ ਸੀ ਕਿ ਇਹਨਾਂ ਸਾਰੇ ਦੇਸ਼ਾਂ ਦੀਆਂ ਪ੍ਰੋਬਲਮਸ ਸਾਂਝੀਆਂ ਨੇ। ਆਪਾਂ ਕਿੱਥੇ ਗਰੁੱਪ ਬਣਾਉਂਦੇ ਹਾਂ? ਜਿੱਥੇ ਸਾਡਾ ਕੁਝ ਸਾਂਝਾ ਹੋਏ। ਸੋ ਇਹਨਾਂ ਅੰਦਰ ਗਰੀਬੀ, ਭੁੱਖਮਰੀ, ਠੀਕ ਹੈ, ਬੇਰੁਜ਼ਗਾਰੀ, ਅਨਪੜ੍ਹਤਾ, ਇੰਬੈਲੈਂਸਿਸ, ਠੀਕ ਹੈ, ਟੈਨਸ਼ਨਸ, ਇਹ ਸਾਰੇ ਕੰਟਰੀਜ਼ ਉਹ ਸੀਗੇ ਜਿਨ੍ਹਾਂ ਨੂੰ ਕਿ ਵਿਕਾਸ ਦੇ ਲਈ ਵੱਡੀਆਂ ਮਹਾਸ਼ਕਤੀਆਂ ਦੇ ਅੱਗੇ ਹੱਥ ਅੱਡਣਾ ਪੈਂਦਾ ਸੀ। ਸੋ ਇਹਨਾਂ ਬੱਚਿਆਂ ਨੇ ਇਹਨਾਂ ਨੇ ਕੀ ਸੋਚਿਆ, ਕੰਟਰੀਜ਼ ਨੇ, ਕਿ ਅਸੀਂ ਵੱਡੀਆਂ ਮਹਾਸ਼ਕਤੀਆਂ ਦੇ ਅੱਗੇ ਹੱਥ ਅੱਡਣ ਦੀ ਬਜਾਏ ਅਸੀਂ ਕੀ ਕਰੀਏ? ਆਪਸ ਦੇ ਵਿੱਚ ਇੱਕ ਦੂਜੇ ਦੀ ਮਦਦ ਕਰੀਏ। ਕਿਉਂਕਿ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਬੱਚੇ ਕਿ ਜਦੋਂ ਸੁਪਰ ਪਾਵਰਸ ਅਮਰੀਕਾ ਹੈ, ਫਰਾਂਸ ਹੈ, ਜਰਮਨੀ ਹੈ, ਰਸ਼ੀਆ ਹੈ, ਜਦੋਂ ਇਹਨਾਂ ਦੇ ਅੱਗੇ ਕੰਟਰੀਜ਼ ਇਹਨਾਂ ਤੋਂ ਹੈਲਪ ਲੈਂਦੇ ਆ ਤਾਂ ਇਹ ਕੰਟਰੀਜ਼ ਦੇ ਉੱਤੇ ਕਈ ਤਰ੍ਹਾਂ ਦੀਆਂ ਜਾਇਜ਼ ਅਤੇ ਨਜਾਇਜ਼ ਸ਼ਰਤਾਂ ਦੀ ਵਰਤੋਂ ਕਰਦੇ ਹਨ। ਠੀਕ, ਇਸ ਕਰਕੇ ਇਹ ਸੋਚਿਆ ਗਿਆ ਕਿ ਬਜਾਏ ਕਿ ਅਸੀਂ ਮਹਾਸ਼ਕਤੀਆਂ ਦੇ ਅੱਗੇ ਹੱਥ ਅੱਡੀਏ, ਅਸੀਂ ਕੀ ਕਰੀਏ? ਅਸੀਂ ਆਪਸ ਦੇ ਵਿੱਚ ਹੀ ਇੱਕ ਦੂਜੇ ਨੂੰ ਸਹਿਯੋਗ ਦਈਏ। ਜੋ ਮੇਰੇ ਕੋਲ ਹੈ ਉਹ ਤੁਹਾਨੂੰ ਦਿੱਤਾ ਜਾਵੇ, ਜੋ ਤੁਹਾਡੇ ਕੋਲ ਹੈ ਉਹ ਮੈਨੂੰ ਦਿੱਤਾ ਜਾਵੇ। ਇਸੇ ਉਦੇਸ਼ ਨੂੰ ਲੈ ਕੇ ਸਾਰਕ ਬਣਿਆ ਸੀ।
ਔਰ ਮੈਂ ਤੁਹਾਨੂੰ ਸਾਰਕ ਦੇ ਸਿਖਰ ਸੰਮੇਲਨਾਂ ਦੇ ਕੰਮਾਂ ਦੇ ਵਿੱਚ ਇਹ ਕਰਵਾ ਚੁੱਕੀ ਹਾਂ ਕਿ ਸਾਰਕ ਦੇ ਵਿੱਚ ਅਨਾਜ ਦੇ ਭੰਡਾਰ ਬਣਾਏ ਗਏ, ਕੈਂਸਰ ਦੇ ਹਸਪੀਟਲਸ ਸਥਾਪਿਤ ਕੀਤੇ ਗਏ, ਗਰਲ ਐਜੂਕੇਸ਼ਨ ਦੇ ਲਈ ਕੰਮ ਹੋਇਆ, ਵਿਮਨ ਐਜੂਕੇਸ਼ਨ ਦੇ ਲਈ ਕੰਮ ਹੋਇਆ, ਬੱਚਿਆਂ ਦੇ ਲਈ ਕੰਮ ਹੋਇਆ, ਹਥਿਆਰਾਂ ਤੇ ਰੋਕ ਲਗਾਉਣ ਦੀ ਗੱਲ ਕੀਤੀ ਗਈ, ਵਾਤਾਵਰਣ ਨੂੰ ਸੁਧਾਰਨ ਦੀ ਗੱਲ ਕੀਤੀ ਗਈ, ਔਰ ਖਾਸ ਤੌਰ ਦੇ ਉੱਤੇ 2 ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਲਿਖਵਾਈਆਂ ਸੀ, that is SAFTA and SAFTA, ਸਾਊਥ ਏਸ਼ੀਅਨ ਫ੍ਰੀ ਟ੍ਰੇਡ ਐਗਰੀਮੈਂਟ, ਕਿ ਇਹਨਾਂ ਕੰਟਰੀਜ਼ ਨੇ ਇਹ ਵੀ ਇੱਕ ਆਪਸ ਦੇ ਵਿੱਚ ਐਗਰੀਮੈਂਟ ਕੀਤਾ ਕਿ ਇੰਪੋਰਟ ਐਕਸਪੋਰਟ ਦੇ ਉੱਤੇ ਜਿੰਨੀਆਂ ਬੰਦਸ਼ਾਂ ਲੱਗੀਆਂ ਹੋਈਆਂ, ਰੈਸਟ੍ਰਿਕਸ਼ਨਸ ਲੱਗੀਆਂ ਹੋਣ, ਟੈਕਸਿਸ ਲੱਗੇ ਹੋਣ, ਅਸੀਂ ਸਾਰੇ ਕੰਟਰੀਜ਼ ਉਹ ਟੈਕਸਿਸ ਇੱਕ ਦੂਜੇ ਦੇ ਲਈ ਖਤਮ ਕਰਾਂਗੇ। ਕਿਉਂ ਖਤਮ ਕਰਾਂਗੇ? ਕਿਉਂਕਿ ਜਦੋਂ ਅਸੀਂ ਕਿਸੇ ਦੇਸ਼ ਵਿੱਚੋਂ ਸਮਾਨ ਮੰਗਵਾਉਂਦੇ ਹਾਂ ਜਾਂ ਭੇਜਦੇ ਹਾਂ ਤਾਂ ਉਹਦੇ ਤੇ ਵਿੱਚ ਤੁਹਾਨੂੰ ਸਭ ਨੂੰ ਪਤਾ ਟੈਕਸਿਸ ਲੱਗਦੇ ਆ। ਟੈਕਸਿਸ ਲੱਗ ਕੇ ਕੀ ਹੈ, ਉਸ ਚੀਜ਼ ਦਾ ਰੇਟ ਵੱਧ ਜਾਂਦਾ ਹੈ। ਪਰ ਜੇਕਰ ਅਸੀਂ ਉਹਨਾਂ ਟੈਕਸਿਸ ਨੂੰ ਖਤਮ ਕਰ ਦਈਏ, ਡਿਊਟੀ ਫ੍ਰੀ ਕਰ ਦਈਏ, ਤਾਂ ਉਸ ਚੀਜ਼ ਦਾ ਰੇਟ ਥੋੜਾ ਘਟ ਜਾਂਦਾ ਹੈ। ਸੋ ਸਾਫਟਾ ਐਂਡ ਸਾਪਤਾ ਦੇ ਅੰਦਰ ਇਹਨਾਂ ਸਾਊਥ ਏਸ਼ੀਅਨ ਦੇਸ਼ਾਂ ਨੇ ਸੋਚਿਆ ਕਿ ਅਸੀਂ ਫ੍ਰੀ ਟ੍ਰੇਡ ਮੀਨਸ ਟ੍ਰੇਡ ਵਿਦਆਊਟ ਐਨੀ ਰੈਸਟ੍ਰਿਕਸ਼ਨਸ, ਕਿ ਟ੍ਰੇਡ ਦੇ ਉੱਤੇ ਕੋਈ ਰੈਸਟ੍ਰਿਕਸ਼ਨਸ ਅਸੀਂ ਨਾ ਲਗਾਈਏ। ਸੋ ਜੇ ਅਸੀਂ ਸਾਰਕ ਦੇ ਸਿਖਰ ਸੰਮੇਲਨਾਂ ਦੇ ਕੰਮਾਂ ਨੂੰ ਦੇਖੀਏ ਤਾਂ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਰਕ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਸੋ ਅਲੱਗ ਕੁਐਸਚਨ ਵੀ ਤੁਹਾਨੂੰ ਆ ਸਕਦਾ ਹੈ ਕਿ ਵਾਟ ਇਜ਼ ਦਾ ਇੰਪੋਰਟੈਂਸ ਆਫ ਸਾਰਕ। ਸੋ ਉਹਦੇ ਪੁਆਇੰਟ ਜਿਹੜੇ ਆ ਹੁਣ ਮੈਂ ਤੁਹਾਨੂੰ ਲਿਖਵਾਵਾਂਗੀ। ਠੀਕ ਹੈ, ਫਰਸਟ ਪੁਆਇੰਟ ਲਿਖੋ, ਸਾਂਝੇ ਮੁੱਦਿਆਂ ਤੇ ਵਿਚਾਰ ਕਰਨਾ। ਫਰਸਟ ਪੁਆਇੰਟ ਇਜ਼ ਸਾਂਝੇ ਮੁੱਦਿਆਂ ਤੇ ਵਿਚਾਰ ਕਰਨਾ। ਪਲੇਟਫਾਰਮ ਟੂ ਡਿਸਕਸ ਦਾ ਕਾਮਨ ਇਸ਼ੂਜ਼। ਹੁਣ ਬੇਟੇ ਕਿਹੜੇ ਸਾਂਝੇ ਮੁੱਦੇ? ਸਾਰੇ ਸੰਸਾਰ ਦੇ ਨਹੀਂ, ਇੱਥੇ ਨੋਟ ਕਰ ਲਓ ਕਿ ਏਸ਼ੀਆ ਦੇ ਦੱਖਣ ਦੇ ਮੈਂਬਰ ਦੇਸ਼ਾਂ ਦੇ, ਏਸ਼ੀਆ ਦੇ ਦੱਖਣ ਦੇ ਮੈਂਬਰ ਦੇਸ਼ਾਂ ਦੇ ਸਾਂਝੇ ਮੁੱਦੇ ਸਾਰਕ ਦੇ ਪਲੇਟਫਾਰਮ ਤੇ ਵਿਚਾਰੇ ਜਾਂਦੇ ਹਨ। The issues of common interest are discussed on the platform of SARC. ਹੁਣ ਬੱਚੇ ਕਾਮਨ ਇੰਟਰਸਟ ਕਿੱਦਾਂ ਦੇ? ਕਾਮਨ ਇੰਟਰਸਟ ਇੱਕ ਚੀਜ਼ ਦੇ ਵਿੱਚ ਮੈਨੂੰ ਫਾਇਦਾ ਹੈ, ਇੱਕ ਚੀਜ਼ 'ਚ ਦੂਸਰੇ ਦੇਸ਼ ਨੂੰ ਫਾਇਦਾ ਹੈ, ਤੀਸਰੀ ਚੀਜ਼ 'ਚ ਤੀਸਰੀ ਦੇਸ਼ ਨੂੰ ਫਾਇਦਾ ਹੈ। ਉਹੋ ਜਿਹੇ ਮੁੱਦਿਆਂ ਦੀ ਗੱਲ ਨਹੀਂ ਕਰਨੀ, ਉਹੋ ਜਿਹੇ ਮੁੱਦਿਆਂ ਦੀ ਗੱਲ ਕਰਨੀ ਹੈ, ਏਦਾਂ ਦੇ ਇਸ਼ੂਜ਼ ਦੀ ਗੱਲ ਕਰਨੀ ਹੈ ਜਿਹੜੇ ਕਾਮਨ ਹੋਣ। ਹੁਣ ਕਾਮਨ ਵਿਸ਼ੇ ਕਿਹੜੇ ਹੋ ਸਕਦੇ ਆ? ਮੰਨ ਲਓ ਸਾਰਕ ਦੇ ਅੰਡਰ 8 ਦੇਸ਼ਾਂ ਦੇ ਲਈ ਕੈਂਸਰ ਦੇ ਹਸਪੀਟਲਸ ਖੁੱਲ ਜਾਣ, ਉਹਦਾ ਫਾਇਦਾ ਕੀ ਹੈ? ਮੈਂ ਤੁਹਾਨੂੰ ਦੱਸਿਆ ਸੀ ਕਿ 8 ਦੇ 8 ਦੇਸ਼ਾਂ ਦੇ ਜਿਹੜੇ ਕੈਂਸਰ ਪੇਸ਼ੈਂਟਸ ਨੇ ਉੱਥੇ ਆਪਣਾ ਇਲਾਜ ਕਰਵਾ ਸਕਦੇ ਹਨ। ਜੇ 8 ਦੇ 8 ਦੇਸ਼ ਸਾਫਟਾ ਅਤੇ ਸਾਪਤਾ ਨੂੰ ਲਾਗੂ ਕਰ ਦਿੰਦੇ ਆ ਤਾਂ ਇਟ ਮੀਨਸ ਕੀ ਹੈ ਕਿ 8 ਦੇ 8 ਦੇਸ਼ਾਂ ਦੇ ਵਿੱਚ ਵਪਾਰ ਫ੍ਰੀ ਹੋ ਜਾਏਗਾ ਤੇ ਵਪਾਰ ਦੇ ਵਿੱਚ ਵਿਕਾਸ ਹੋ ਸਕਦਾ ਹੈ। ਨਿਸ਼ਸਤਰੀਕਰਨ, ਡਿਜ਼ਾਰਮਾਮੈਂਟ, ਜੇ ਆਪਾਂ ਡਿਜ਼ਾਰਮਾਮੈਂਟ ਕਰ ਦਈਏ, ਹਥਿਆਰਾਂ ਤੇ ਰੋਕ ਲਗਾ ਦਈਏ, ਨਿਊਕਲੀਅਰ ਐਟਮਸ ਤੇ ਰੋਕ ਲਗਾਉਣ ਦੇ ਮੁੱਦੇ ਤੇ ਗੱਲਬਾਤ ਕਰ ਲਈਏ ਤਾਂ ਉਹਦਾ ਫਾਇਦਾ ਕੀ ਹੋਏਗਾ ਕਿ 8 ਦੇ 8 ਦੇਸ਼ਾਂ ਦੇ ਵਿੱਚ ਸ਼ਾਂਤੀ ਦੀ ਸਥਾਪਨਾ ਹੋ ਸਕਦੀ ਹੈ ਅਤੇ ਹਥਿਆਰਾਂ ਤੋਂ ਬਚਿਆ ਜਾ ਸਕਦਾ ਹੈ। ਗਰਲ ਐਜੂਕੇਸ਼ਨ, ਚਾਈਲਡ ਕੇਅਰ, ਠੀਕ ਹੈ, ਕਈ ਵਿਸ਼ੇ ਇਸ ਤਰ੍ਹਾਂ ਦੇ ਨੇ। ਖਾਸ ਤੌਰ ਦੇ ਉੱਤੇ ਟ੍ਰੇਡ ਨੂੰ ਤੁਸੀਂ ਯਾਦ ਰੱਖਣਾ ਹੈ ਕਿਉਂਕਿ ਇਹਨਾਂ ਦੇਸ਼ਾਂ ਨੇ ਜੋ ਆਰਗੇਨਾਈਜੇਸ਼ਨ ਬਣਾਈ ਹੈ ਉਹ ਇਸੇ ਲਈ ਬਣਾਈ ਹੈ ਤਾਂ ਜੋ ਆਪਸੀ ਵਪਾਰ ਦੇ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਜੋ ਸਾਂਝੇ ਮੁੱਦੇ ਹਨ, ਕਾਮਨ ਇਸ਼ੂਜ਼ ਹਨ, ਜਿਨ੍ਹਾਂ ਦਾ ਫਾਇਦਾ ਸਾਰਿਆਂ ਨੂੰ ਹੈ। ਹੁਣ ਮੰਨ ਲਓ ਵਾਤਾਵਰਣ, ਆਪਾਂ ਏਸ਼ੀਆ ਦੇ ਵਾਤਾਵਰਣ ਦੇ ਸੁਧਾਰ ਦੇ ਲਈ ਕੰਮ ਕਰ ਰਹੇ ਹਾਂ ਤਾਂ ਵਾਤਾਵਰਣ ਜੇ ਸੁਧਰੇਗਾ ਤਾਂ ਉਹਦਾ ਫਾਇਦਾ ਭਾਰਤ ਨੂੰ ਵੀ ਹੋਏਗਾ, ਪਾਕਿਸਤਾਨ ਨੂੰ ਵੀ ਹੋਏਗਾ, ਸ਼੍ਰੀਲੰਕਾ ਨੂੰ ਵੀ ਹੋਏਗਾ, ਅਫਗਾਨਿਸਤਾਨ ਨੂੰ ਵੀ ਹੋਏਗਾ। ਸਮਝ ਆ ਗਈ? ਸੋ ਐਸੇ ਵਿਸ਼ਿਆਂ ਨੂੰ ਡਿਸਕਸ ਕੀਤਾ ਜਾਵੇ ਜਿਹੜੇ ਵਿਸ਼ੇ ਸਭ ਦੇ ਕਾਮਨ ਇੰਟਰਸਟ ਦੇ ਹੋਣ ਅਤੇ ਜਿਹਦਾ ਕੰਮ ਕਰਨ ਦੇ ਨਾਲ ਸਾਰਿਆਂ ਨੂੰ ਫਾਇਦਾ ਹੋ ਸਕੇ। ਠੀਕ ਹੈ ਜੀ। ਸੈਕਿੰਡ ਲਿਖੋ, ਆਪਸੀ ਆਰਥਿਕ ਲਾਭ। आपसी आर्थिक लाभ, म्यूचुअल इकोनॉमिक बेनिफिट्स लिख लो, एडवांटेजेस लिख लो, कुछ भी लिख लो। म्यूचुअल इकोनॉमिक बेनिफिट्स और एडवांटेजेस।
ਕੀ ਮਤਲਬ ਕਿ ਇਦਾਂ ਦੇ ਕੰਮ ਸਾਰਕ ਨੇ ਕੀਤੇ ਹਨ ਜਿਹਦੇ ਨਾਲ ਕਿ ਆਪਸੀ ਮੀਨਸ 8 ਦੇਸ਼ਾਂ ਦੀ ਗੱਲ ਕਰ ਰਹੇ ਹਾਂ। ਮੈਂ ਬਾਰ-ਬਾਰ ਰਿਪੀਟ ਕਰਦੀ ਹਾਂ, when we talk about UNO, we are talking about 193 countries. But when we talk about SAARC, we are talking about the 8 countries of South Asia. ਸੋ ਤੁਸੀਂ ਜਦੋਂ ਆਪਾਂ ਮੈਂਬਰ ਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਮੈਂਬਰ ਦੇਸ਼ਾਂ ਤੋਂ ਤੁਸੀਂ ਯਾਦ ਰੱਖਣਾ, ਜਦੋਂ ਆਪਾਂ ਸਾਰਕ ਦੀ ਗੱਲ ਕਰ ਰਹੇ ਹਾਂ ਤਾਂ 8 ਮੈਂਬਰ ਦੇਸ਼ਾਂ ਦੀ ਗੱਲ ਕਰ ਰਹੇ ਹਾਂ। ਸੋ ਇਕਨੋਮਿਕ ਫਾਇਦਾ, ਆਰਥਿਕ ਫਾਇਦਾ ਕਿੱਦਾਂ ਹੁੰਦਾ? ਹਾਂਜੀ, ਆਰਥਿਕ ਫਾਇਦਾ ਕਿੱਦਾਂ ਹੁੰਦਾ? ਕੀ ਪੁੱਛਿਆ ਮੈਂ? ਜਦੋਂ ਵਪਾਰ ਵਿੱਚ ਵਾਧਾ ਹੋਏਗਾ ਤਾਂ ਆਰਥਿਕ ਫਾਇਦਾ ਹੋਏਗਾ। ਇੱਕ ਮੈਂ ਤੁਹਾਨੂੰ ਦੱਸਿਆ ਸੀ ਇਹਨਾਂ ਨੇ ਇਕਨੋਮਿਕ ਫੰਡਰ ਇੱਕ ਇੰਸਟੀਟਿਊਸ਼ਨ ਬਣਾਈ ਹੈ, ਉਹਦੇ ਨਾਲ ਆਰਥਿਕ ਫਾਇਦਾ ਹੋਏਗਾ। ਜਦੋਂ 8 ਦੇਸ਼ਾਂ ਦੇ ਵਿੱਚ ਵਪਾਰ ਦੇ ਉੱਤੇ ਰੋਕਾਂ ਖਤਮ ਕਰ ਦਿੱਤੀਆਂ ਜਾਣਗੀਆਂ, 8 ਦੇਸ਼ਾਂ ਨੂੰ ਫਾਇਦਾ ਹੋਏਗਾ। ਹੋਏਗਾ ਕਿ ਨਹੀਂ ਹੋਏਗਾ? ਜਦੋਂ ਵਪਾਰ ਦੇ ਵਿੱਚ ਵਾਧਾ ਹੋਏਗਾ ਤਾਂ ਉਹਦੇ ਨਾਲ ਕੀ ਹੈ, 8 ਦੇਸ਼ਾਂ ਦੇ ਵਿੱਚ ਇੰਪਲੋਇਮੈਂਟ ਵਧੇਗੀ, ਰੁਜ਼ਗਾਰ ਵਧਿਆ, ਇੰਪਲੋਇਮੈਂਟ ਵਧੀ, ਉਹਦੇ ਨਾਲ ਕੀ ਹੋਇਆ, ਇਨਕਮ ਤੇਜ਼ ਹੋਏਗੀ। ਸੋ ਇਹਨਾਂ ਸਾਰਕ ਦੇ ਨਾਲ ਕੀ ਹੋਇਆ, ਇਕਨੋਮਿਕ ਫੀਲਡ ਦੇ ਵਿੱਚ ਔਰ ਵਪਾਰ ਦੇ ਖੇਤਰ ਦੇ ਵਿੱਚ ਕਾਫੀ ਜ਼ਿਆਦਾ ਐਗਰੀਮੈਂਟਸ ਹੋਏ ਨੇ ਔਰ ਜਿਹਦੇ ਨਾਲ ਕਿ 8 ਦੇ 8 ਦੇਸ਼ਾਂ ਦੇ ਵਿੱਚ ਇਕਨੋਮਿਕ ਡਿਵੈਲਪਮੈਂਟ ਹੋਈ ਹੈ। ਠੀਕ ਹੈ, ਇਹ ਤੁਸੀਂ ਆਪ ਬਣਾ ਕੇ ਲਿਖਣਾ। ਨੰਬਰ 3 ਲਿਖੋ, ਸਾਂਝੀ ਸੁਰੱਖਿਆ ਦੀ ਭਾਵਨਾ, ਸੈਂਸ ਆਫ ਕਲੈਕਟਿਵ ਸਿਕਿਉਰਿਟੀ। ਸਾਂਝੀ ਸੁਰੱਖਿਆ ਦੀ ਭਾਵਨਾ, ਸੈਂਸ ਆਫ ਕਲੈਕਟਿਵ ਸਿਕਿਉਰਿਟੀ। ਕਲੈਕਟਿਵ ਸਿਕਿਉਰਿਟੀ ਦਾ ਕੀ ਮਤਲਬ ਹੈ? ਇੱਕ ਮੈਂ ਤੁਹਾਨੂੰ UNO ਵਾਲੀ ਗੱਲ ਦੱਸੀ ਸੀ ਕਿ ਸੰਸਾਰ 2 ਗਰੁੱਪਸ ਵਿੱਚ ਵੰਡਿਆ ਹੋਇਆ ਸੀ। ਸੁਪਰ ਪਾਵਰਸ ਦੀ ਗੱਲ ਦੱਸੀ ਹੈ ਜਦੋਂ ਆਪਾਂ ਨਾਨ ਅਲਾਈਨਮੈਂਟ ਕੀਤੀ, ਹਾਂ ਦੱਸੀ ਹੈ ਨਾ। ਉਹਦੇ ਚ ਕੀ ਮੈਂ ਦੱਸਿਆ ਸੀਗਾ ਕਿ ਜਦੋਂ ਵੀ ਜਿਹੜੇ ਸਾਰੇ ਕੰਟਰੀ ਸੀਗੇ ਉਹ ਪੈਕਟ ਕੀਤੇ ਹੋਏ ਸੀ ਇਹਨਾਂ ਨੇ ਆਪਸ ਵਿੱਚ। ਜਦੋਂ ਕੋਈ ਕੰਟਰੀ ਆਜ਼ਾਦ ਹੁੰਦਾ ਸੀ ਤਾਂ ਉਹ ਕੀ ਹੈ, ਉਹਨੂੰ ਜਾਂ ਤਾਂ ਰਸ਼ੀਅਨ ਬਲੌਕ 'ਚ ਜਾਵੇ ਜਾਂ ਉਹ ਅਮਰੀਕਨ ਬਲੌਕ 'ਚ ਜਾਵੇ। ਯੂਰਪ ਦੇ ਦੇਸ਼ਾਂ ਨੇ ਆਪਣੇ ਬਲੌਕ ਬਣਾਏ ਹੋਏ ਸੀ, ਰਸ਼ੀਆ ਵਾਲੇ ਕੰਟਰੀਜ਼ ਨੇ, ਕਮਿਊਨਿਸਟ ਕੰਟਰੀਜ਼ ਨੇ ਆਪਣੇ ਬਲੌਕ ਬਣਾਏ ਹੋਏ ਸੀ। ਇਸ ਤੋਂ ਇਲਾਵਾ ਨੈਟੋ, ਸੀਐਟੋ, ਕਈ ਪੈਕਟ, ਕਈ ਐਗਰੀਮੈਂਟ ਵਰਲਡ ਦੇ ਵਿੱਚ ਚੱਲ ਰਹੇ ਸੀ। ਹੁਣ ਜਿਹੜੇ ਆਪਾਂ 8 ਕੰਟਰੀਜ਼ ਦੀ ਗੱਲ ਕਰ ਰਹੇ ਹਾਂ, ਇਹ ਉਹ ਕੰਟਰੀ ਸੀ ਜਿਨ੍ਹਾਂ ਨੂੰ ਮੈਂ ਦੱਸਿਆ ਜਿਨ੍ਹਾਂ ਦੀ ਇਹ ਵਿਕਾਸ ਦੇ ਹਲੇ ਸ਼ੁਰੂ ਵਿੱਚ ਸਨ, ਕਿਉਂਕਿ 1947 ਤਾਂ ਭਾਰਤ ਆਜ਼ਾਦ ਹੋਇਆ, ਪਾਕਿਸਤਾਨ ਬਣਿਆ। ਸ਼੍ਰੀਲੰਕਾ 'ਚ ਇੰਨੀ ਪ੍ਰੋਬਲਮ ਰਹੀ ਹੈ, ਮਾਲਦੀਵ 'ਚ ਇੰਨੀ ਪ੍ਰੋਬਲਮ ਰਹੀ ਹੈ, ਬੰਗਲਾਦੇਸ਼ ਦੇਖੋ ਵਿਚਾਰਾ ਇੱਧਰ ਨਾ ਉੱਧਰ, ਬੰਗਲਾਦੇਸ਼। ਅਫਗਾਨਿਸਤਾਨ ਦੀ ਗੱਲ ਕਰੀਏ, ਅਫਗਾਨਿਸਤਾਨ 'ਚ ਹਮੇਸ਼ਾ ਹੀ ਪ੍ਰੋਬਲਮ ਰਹੀ ਹੈ। ਸੋ ਇਹ ਸਾਰੇ ਉਹ ਕੰਟਰੀ ਸੀ ਜਿਨ੍ਹਾਂ ਨੂੰ ਪੈਸਾ ਵੀ ਚਾਹੀਦਾ ਸੀ, ਆਪਣੀ ਸਿਕਿਉਰਿਟੀ ਵੀ ਚਾਹੀਦੀ ਸੀ। ਸਿਕਿਉਰਿਟੀ ਬਹੁਤ ਜ਼ਰੂਰੀ ਹੈ। ਜਿਹੜਾ ਛੋਟਾ ਕੰਟਰੀ ਹੈ ਉਹ ਆਪਣੀ ਸੁਰੱਖਿਆ ਆਪ ਨਹੀਂ ਕਰ ਸਕਦਾ। ਸੋ ਇਹਨਾਂ ਨੇ ਇੱਕ ਇੰਸਟੀਟਿਊਸ਼ਨ ਬਣਾ ਲਈ ਜਿਹਦੇ ਅਧੀਨ ਇਹ ਹੈ ਕਿ ਜੇ ਇਨ ਕੇਸ ਕੋਈ ਸੁਪਰ ਪਾਵਰ ਜਾਂ ਕੋਈ ਬਾਹਰਲੀ ਜਿਹਨੂੰ ਸੁਪਰੀਮ ਪਾਵਰ ਇਹਨਾਂ ਤੇ ਅਟੈਕ ਕਰਦੀ ਹੈ ਤਾਂ ਇਹ ਰਲ ਕੇ ਉਸ ਦਾ ਮੁਕਾਬਲਾ ਕਰ ਸਕਦੇ ਹੈ। ਮਤਲਬ ਇੱਕ ਕੰਟਰੀ ਉੱਤੇ ਯੁੱਧ ਸਾਰੇ ਕੰਟਰੀਜ਼ ਦੇ ਉੱਤੇ ਯੁੱਧ ਮੰਨਿਆ ਜਾਂਦਾ ਹੈ। ਠੀਕ ਹੈ, ਸੋ ਨਾਨ ਅਲਾਈਨਮੈਂਟ ਦੀ ਤਰ੍ਹਾਂ ਹੀ ਹੈ। ਅੱਛਾ, ਔਰ ਇੱਕ ਗੱਲ ਹੋਰ ਹੈ ਕਿ ਜਿਹੜੇ ਇਹ ਕੰਟਰੀਜ਼ ਨੇ ਸਾਰਕ ਦੇ, ਇਹ ਬੇਟੇ ਨਾਨ ਅਲਾਈਨਡ ਕੰਟਰੀਜ਼ ਵੀ ਹੈਗੇ ਨੇ। ਕਿਉਂ? ਇਹਨਾਂ ਨੇ ਆਪਣਾ ਗਰੁੱਪ ਹੀ ਅਲੱਗ, ਕਿਉਂਕਿ ਕੱਲਾ ਹੁਣ ਮੰਨ ਲਓ ਸ਼੍ਰੀਲੰਕਾ ਦੇ ਉੱਤੇ ਕੋਈ ਸਿਕਿਉਰਿਟੀ ਦੀ ਪ੍ਰੋਬਲਮ ਆ ਗਈ ਤਾਂ ਸ਼੍ਰੀਲੰਕਾ ਕੱਲਾ ਆਪਣੀ ਸਿਕਿਉਰਿਟੀ ਨਹੀਂ ਕਰ ਸਕਦਾ, ਬਾਕੀ ਦੇਸ਼ਾਂ ਦੀ ਮਦਦ ਦੇ ਨਾਲ ਉਹ ਆਪਣੀ ਸਿਕਿਉਰਿਟੀ ਸਿਕਿਉਰ ਕਰ ਸਕਦਾ। ਸੋ ਸੁਰੱਖਿਆ ਦੀ ਭਾਵਨਾ ਵੀ ਸਾਰਕ ਦੇ ਨਾਲ ਦੇਸ਼ਾਂ ਦੇ ਅੰਦਰ ਪੈਦਾ ਹੋਈ ਹੈ। ਚੌਥਾ ਤੁਸੀਂ ਲਿਖ ਲਓ, ਸੱਭਿਆਚਾਰਕ ਵਿਕਾਸ, ਕਲਚਰਲ ਡਿਵੈਲਪਮੈਂਟ। ਸੱਭਿਆਚਾਰਕ ਵਿਕਾਸ, ਕਲਚਰਲ ਡਿਵੈਲਪਮੈਂਟ। ਸੱਭਿਆਚਾਰ ਦੇ ਵਿੱਚ ਕੀ ਆਉਂਦਾ ਹੈ? ਤੁਸੀਂ ਸਾਰੇ ਬੱਚੇ ਪੰਜਾਬੀ ਪੜ੍ਹਦੇ ਹੋ, ਸੱਭਿਆਚਾਰ 'ਚ ਕੀ ਆ ਜਾਂਦਾ? ਸਾਡੀ ਭਾਸ਼ਾ ਆ ਜਾਂਦੀ ਹੈ, ਠੀਕ ਹੈ, ਲਿਪੀ ਆ ਜਾਂਦੀ ਹੈ, ਸਾਡਾ ਧਰਮ ਆ ਜਾਂਦਾ ਹੈ, ਸਾਡਾ ਪਹਿਰਾਵਾ, ਬਿਲਕੁਲ ਸਾਡਾ ਰਹਿਣ ਸਹਿਣ ਆ ਜਾਂਦਾ ਹੈ, ਸਾਡਾ ਪਹਿਰਾਵਾ ਆ ਜਾਂਦਾ ਹੈ, ਸਾਡਾ ਖਾਣ ਪੀਣ ਆ ਜਾਂਦਾ ਹੈ। ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਲੈਕਟਿਵਲੀ ਅਸੀਂ ਕੀ ਕਹਿ ਦਿੰਦੇ ਹਾਂ? ਸੱਭਿਆਚਾਰ ਦਾ ਨਾਮ ਦੇ ਦਿੰਦੇ ਹਾਂ, ਕਲਚਰ ਦਾ ਨਾਮ ਦੇ ਦਿੰਦੇ ਹਾਂ। ਹੁਣ ਮੈਂ ਤੁਹਾਨੂੰ ਕੀ ਦੱਸਿਆ ਕਿ ਇਹ ਸਾਰੇ ਕੰਟਰੀਜ਼ ਕਲਚਰਲੀ ਇੱਕ ਦੂਜੇ ਦੇ ਨਾਲ ਅਟੈਚ ਨੇ, ਕਿਉਂਕਿ ਜਿੰਨੀ ਮਰਜ਼ੀ ਪਾਕਿਸਤਾਨ ਨਾਲ ਸਾਡੀ ਦੁਸ਼ਮਣੀ ਹੋਵੇ, ਜਿੰਨੀ ਮਰਜ਼ੀ, ਪਰ ਤੁਸੀਂ ਦੇਖੋ ਸਾਡਾ ਬਾਬੇ ਨਾਨਕ ਦਾ ਹਲੇ ਵੀ ਜਨਮ ਸਥਾਨ ਪਾਕਿਸਤਾਨ ਦੇ ਵਿੱਚ ਹੈ। ਅੱਜ ਵੀ ਤੁਸੀਂ ਪਾਕਿਸਤਾਨੀ ਨਾਟਕ ਦੇਖ ਲਓ, ਭਾਰਤ ਦੇ ਦੇਖ ਲਓ, ਤੁਹਾਨੂੰ ਬੋਲੀ ਸਮਝ ਆਏਗੀ।
ਕਿਉਂ ਬੋਲੀ ਸਮਝ ਆਏਗੀ? ਸਾਡੇ ਵਿੱਚੋਂ ਹੀ ਗਏ ਨੇ। ਹੁਣ ਇਹ ਤਾਂ ਆਪਣੇ ਰਾਜਨੀਤੀ ਵਾਲਿਆਂ ਨੇ ਗੰਦ ਪਾਇਆ ਹੋਇਆ, ਹਿੰਦੂ, ਸਿੱਖ, ਈਸਾਈ, ਇਹ ਵੋ। ਅਦਰਵਾਈਜ਼ ਜੇ ਆਪਾਂ ਭਾਰਤ ਦੇ ਇਤਿਹਾਸ ਨੂੰ ਦੇਖੀਏ ਤਾਂ ਭਾਰਤ ਦੇ ਵਿੱਚ ਹਿੰਦੂ ਵੀ, ਸਿੱਖ ਵੀ, ਈਸਾਈ ਵੀ, ਮੁਸਲਮਾਨ ਵੀ, ਅਸੀਂ ਸਾਰੇ ਇਕੱਠੇ ਤਾਂ ਰਹਿੰਦੇ ਹਾਂ। ਠੀਕ ਹੈ, ਕੀ ਹੈ ਮਤਲਬ ਸਾਡੇ ਵਿੱਚ ਸੱਭਿਆਚਾਰਕ ਸਾਂਝ ਹੈ। ਹੁਣ ਜਿਵੇਂ ਸਾਡੇ ਸਿੰਗਰਸ ਨੇ, ਸਾਡੇ ਸਿੰਗਰ ਪਾਕਿਸਤਾਨ ਚ ਜਾਂਦੇ ਨੇ, ਪਾਕਿਸਤਾਨ ਦੇ ਅੱਧੇ ਸਿੰਗਰ ਸਾਡੇ ਇੰਡੀਆ ਦੇ ਵਿੱਚ ਆਉਂਦੇ ਨੇ। ਕੀ ਮਤਲਬ ਕਿ ਸਾਰਕ ਦੇ ਵਿੱਚ ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਇਹਨਾਂ 8 ਦੇਸ਼ਾਂ ਦੇ ਅੰਦਰ ਕੀ ਹੈ, ਸੱਭਿਆਚਾਰਕ ਲੈਣ ਦੇਣ ਕੀਤਾ ਜਾਵੇ, ਮੀਨਸ ਕਲਚਰਲੀ ਇਹ ਇੱਕ ਦੂਜੇ ਦੇ ਨਾਲ ਅਟੈਚਡ ਹੋਣ। ਠੀਕ ਹੈ, ਇਹ ਵੀ ਇਹਦੇ ਵਿੱਚ। ਉਸ ਤੋਂ ਅੱਗੇ ਲਿਖ ਲਓ ਤੁਸੀਂ, ਆਤੰਕਵਾਦ ਤੇ ਕਾਬੂ ਪਾਉਣਾ, ਟੂ ਚੈੱਕ ਔਨ ਦਾ ਟੈਰਰਿਜ਼ਮ। ਆਤੰਕਵਾਦ ਤੇ ਕਾਬੂ ਪਾਉਣਾ, ਟੂ ਚੈੱਕ ਦਾ ਟੈਰਰਿਜ਼ਮ। ਹੁਣ ਆਤੰਕਵਾਦ ਕੀ ਹੁੰਦਾ ਹੈ? ਟੈਰਰਿਜ਼ਮ, ਵਟ ਇਜ਼ ਟੈਰਰਿਜ਼ਮ? ਤੁਹਾਨੂੰ ਇਹ ਟਰਮ ਬੜੀ ਵਾਰੀ ਆਣੀ ਹੈ, ਅੱਗੇ ਅਸੀਂ ਆਖਰੀ ਲੈਸਨ ਹਿਊਮਨ ਰਾਈਟਸ ਵਗੈਰਾ ਜਦੋਂ ਕਰਾਂਗੇ, ਡਿਜ਼ਾਰਮਾਮੈਂਟ ਕਰਾਂਗੇ। ਵਟ ਇਜ਼ ਆਤੰਕਵਾਦ? ਆਤੰਕਵਾਦ ਦਾ ਮਤਲਬ ਹੁੰਦਾ ਹੈ, ਟੈਰਰਿਜ਼ਮ ਮੀਨਸ ਆਤੰਕ, ਆਤੰਕ ਮੈਨੇ ਡਰ ਫੈਲਾਉਣਾ। ਉਹ ਕਿੱਦਾਂ ਹੁੰਦਾ? ਆਪਾਂ ਨੇ ਦੇਖਿਆ ਬੰਬ ਧਮਾਕੇ ਕਰੋ। ਠੀਕ ਹੈ, ਹੁਣ ਤੁਸੀਂ ਪਿੱਛੇ ਅਫਗਾਨੀਆਂ ਦਾ ਦੇਖਿਆ, ਪੈਲਸਟੀਨੀਆਂ ਦਾ ਦੇਖਿਆ। ਇਸ ਵੇਲੇ ਸੰਸਾਰ ਦੇ ਵਿੱਚ ਆਤੰਕ ਦਾ ਮਾਹੌਲ ਹੀ ਬੜਾ। ਭਾਰਤ ਪਾਕਿਸਤਾਨ ਦੇ ਵਿੱਚ ਤਾਂ ਆਮ ਆਤੰਕ ਚੱਲਦਾ ਰਹਿੰਦਾ। ਠੀਕ ਹੈ ਨਾ, ਉਹਨਾਂ ਨੇ ਸਾਡੇ ਬਾਰਡਰ ਨੂੰ ਕ੍ਰਾਸ ਕਰ ਜਾਣਾ, ਇੰਡੀਆ ਵਾਲੇ ਉਹਨਾਂ ਦੇ ਬਾਰਡਰ ਕ੍ਰਾਸ ਕਰ ਗਏ, ਕਦੇ ਉਹਨਾਂ ਨੇ ਬੰਬ ਮਾਰਤੇ, ਕਦੇ ਸਾਈਚੀਨ ਤੇ ਕਰਤੇ, ਕਦੇ ਹੋਰ ਕੋਈ ਸਮੱਸਿਆ। ਸਾਡੇ ਕੋਲ ਆਏ ਦਿਨ ਨਵੀਂ ਤੋਂ ਨਵੀਂ ਸਮੱਸਿਆ ਆਉਂਦੀ ਹੈ। ਉਹਨਾਂ ਦੇ ਜਿਹੜੇ ਅੱਤਵਾਦੀ ਨੇ ਉਹ ਸਾਡੇ ਅੰਦਰ ਕ੍ਰਾਸ ਕਰ ਜਾਂਦੇ ਆ ਸੀਮਾ ਦੇ ਅੰਦਰ। ਸੋ ਇਹ ਪ੍ਰੋਬਲਮ ਵੀ ਜਿਹੜੀ ਅੱਤਵਾਦ ਦੀ ਪ੍ਰੋਬਲਮ ਹੈ, ਹਾਲਾਂਕਿ ਇਹਨਾਂ ਦੇਸ਼ਾਂ ਦੇ ਵਿੱਚ ਜ਼ਿਆਦਾ ਹੈ। ਹੁਣ ਜਦ ਅਸੀਂ ਅਗਲੇ ਜਿਹੜੇ ਸਾਡੇ ਲੈਸਨ ਨੇ ਉਹ ਇੰਡੀਆ ਦੇ 9 ਦੇਸ਼ਾਂ ਨਾਲ ਰਿਲੇਸ਼ਨ ਨੇ, ਭਾਰਤ, ਪਾਕਿਸਤਾਨ, ਚੀਨ, ਸ਼੍ਰੀਲੰਕਾ, ਬੰਗਲਾਦੇਸ਼, USA, USSR, ਇਹਨਾਂ ਸਾਰਿਆਂ ਦੇ ਨਾਲ 9 ਦੇਸ਼ਾਂ ਨਾਲ ਰਿਲੇਸ਼ਨ ਆਪਾਂ ਡਿਸਕਸ ਕਰਾਂਗੇ ਅੱਗੇ। ਔਰ ਤੁਸੀਂ ਦੇਖੋ ਕਿ ਜਦੋਂ ਅਸੀਂ ਭਾਰਤ ਦੇ ਪਾਕਿਸਤਾਨ ਨਾਲ, ਚੀਨ ਨਾਲ, ਸ਼੍ਰੀਲੰਕਾ ਨਾਲ, ਬੰਗਲਾਦੇਸ਼ ਨਾਲ ਰਿਲੇਸ਼ਨ ਕਰਾਂਗੇ ਤਾਂ ਤੁਸੀਂ ਇੱਕ ਚੀਜ਼ ਨੋਟ ਕਰੋਗੇ ਕਿ ਜਿਹੜਾ ਅੱਤਵਾਦ ਹੈ ਇਹ ਆਪਸ ਦੇ ਵਿੱਚ, ਹਲੇ ਵੀ ਸ਼੍ਰੀਲੰਕਾ ਚ ਅੱਤਵਾਦ ਹੋਇਆ ਉਹਦੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਪਾਕਿਸਤਾਨ ਚ ਅੱਤਵਾਦ ਹੁੰਦਾ ਹੈ, ਭਾਰਤ ਜ਼ਿੰਮੇਵਾਰ ਠਹਿਰਾਉਂਦਾ ਹੈ। ਭਾਰਤ ਵਿੱਚ ਅੱਤਵਾਦ ਹੁੰਦਾ ਹੈ, ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ। ਸੋ ਇਸ ਚੀਜ਼ ਨੂੰ ਵੀ ਤੁਸੀਂ ਦੇਖਣਾ ਹੈ ਕਿ ਅੱਤਵਾਦ ਨੂੰ ਖਤਮ ਕਰਨ ਦੇ ਲਈ ਵੀ ਇਹਨਾਂ ਦੇਸ਼ਾਂ, ਹਾਲਾਂਕਿ ਇਹਨਾਂ ਦੇ ਆਪਸ ਦੇ ਵਿੱਚ ਵੀ ਪ੍ਰੋਬਲਮਸ ਬਹੁਤ ਨੇ, ਪਰ ਫਿਰ ਵੀ ਅੱਤਵਾਦ ਨੂੰ ਖਤਮ ਕਰਨ ਦੇ ਲਈ ਇਹਨਾਂ ਦੇਸ਼ਾਂ ਵਿੱਚ ਕਾਫੀ ਸੰਗਠਨ ਬਣਾਏ ਗਏ ਅਤੇ ਅੱਤਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਅੱਗੇ ਬੱਚੇ ਤੁਸੀਂ ਲਿਖ ਦਿਓ, ਦੱਖਣੀ ਏਸ਼ੀਆਈ ਵਿਕਾਸ ਕੋਸ਼ ਦੀ ਸਥਾਪਨਾ, ਐਸਟੈਬਲਿਸ਼ਮੈਂਟ ਆਫ ਏਸ਼ੀਅਨ ਡਿਵੈਲਪਮੈਂਟ ਫੰਡ, establishment of Asian Development Fund, SADF, South Asian Development Fund, short form लिखो SADF, South Asian Development Fund। ਇਹਨਾਂ ਦੇਸ਼ਾਂ ਨੇ ਇੱਕ ਫੰਡ ਰੱਖਿਆ, ਸਾਰਿਆਂ ਨੇ ਪੈਸੇ ਪਾ ਕੇ ਇੱਕ ਫੰਡ ਰੱਖਿਆ, ਕਾਹਦੇ ਲਈ? ਡਿਵੈਲਪਮੈਂਟ ਦੇ ਲਈ। ਕਿ ਜੇ ਕੋਈ ਦੇਸ਼ ਆਪਣੀ ਡਿਵੈਲਪਮੈਂਟ ਕਰਨਾ ਚਾਹੁੰਦਾ, ਜੇ ਕੋਈ ਦੇਸ਼ ਦਾ ਮਤਲਬ ਕੋਈ ਬਾਹਰਲਾ ਦੇਸ਼ ਨਹੀਂ, 8 ਦੇਸ਼ਾਂ ਚੋਂ ਜਿਸ ਦੇਸ਼ ਨੂੰ ਆਪਣੀ ਡਿਵੈਲਪਮੈਂਟ ਦੇ ਲਈ ਫੰਡ ਮੀਨਸ ਪੈਸਾ ਚਾਹੀਦਾ ਹੈ ਤਾਂ ਉਹ ਸਾਰਕ ਤੋਂ ਇਹ ਕਰਜ਼ਾ ਲੈ ਸਕਦਾ ਹੈ। ਠੀਕ ਹੈ ਜੀ। ਉਸ ਤੋਂ ਅੱਗੇ ਲਿਖ ਲਓ ਸਾਫਟਾ, ਸਾਫਟਾ SAFTA, ਵੱਡਾ S, ਵੱਡਾ F, ਵੱਡਾ A, ਵੱਡਾ T, ਵੱਡਾ A, ਸਾਫਟਾ, ਸਾਊਥ ਏਸ਼ੀਅਨ ਫ੍ਰੀ ਟ੍ਰੇਡ ਐਗਰੀਮੈਂਟ, ਸਾਊਥ ਏਸ਼ੀਅਨ ਫ੍ਰੀ ਟ੍ਰੇਡ ਐਗਰੀਮੈਂਟ। ਇੱਕ ਇਹਦੇ ਨਾਲ ਹੀ ਲਿਖ ਲਓ ਸਾਪਤਾ, SAPTA, ਸਾਊਥ ਏਸ਼ੀਅਨ ਪ੍ਰੀਫਰੈਂਸ਼ਨਲ, ਪ੍ਰੈਫਰ ਕਰਨਾ, ਪ੍ਰੀਫਰੈਂਸ਼ੀਅਲ ਟ੍ਰੇਡ ਐਗਰੀਮੈਂਟ। ਇਹ 2 ਐਗਰੀਮੈਂਟ ਵੀ ਬੱਚੇ ਮੈਂ ਤੁਹਾਨੂੰ ਬਾਰ-ਬਾਰ ਜਦੋਂ ਦਾ ਸਾਰਕ ਸ਼ੁਰੂ ਕੀਤਾ ਮੈਂ ਤੁਹਾਨੂੰ ਉਦੋਂ ਦੇ ਕਰਵਾ ਰਹੀ ਹਾਂ ਕਿ ਦੇਸ਼ਾਂ ਦੇ ਵਿੱਚ ਇੱਕ ਐਗਰੀਮੈਂਟ ਇਹ ਕੀਤੇ ਗਏ ਕਿ ਜਦੋਂ ਵੀ ਇੱਕ ਦੇਸ਼ ਦੂਜੇ ਦੇਸ਼ ਨਾਲ 8 ਦੇ 8 ਦੇਸ਼ ਇੱਕ ਦੂਜੇ ਨਾਲ ਵਪਾਰ ਕਰਨਗੇ ਤਾਂ ਵਪਾਰ ਦੇ ਵਿੱਚ ਲਗਾਈ ਜਾਣ ਵਾਲੀਆਂ ਰੋਕਾਂ ਨੂੰ ਖਤਮ ਕੀਤਾ ਜਾਏਗਾ। ਉਹਨਾਂ ਦੇ ਉੱਤੇ ਰੋਕ ਲਗਾਈ ਜਾਏਗੀ, ਡਿਊਟੀ ਫ੍ਰੀ ਕੀਤੇ ਜਾਣਗੇ, ਟੈਕਸਿਸ ਘੱਟ ਕੀਤੇ ਜਾਣਗੇ ਤਾਂ ਜੋ ਇਹ 8 ਦੇ 8 ਦੇਸ਼ ਇੱਕ ਦੂਜੇ ਦੇ ਨਾਲ ਆਪਸੀ ਵਪਾਰ ਵਿੱਚ ਵਾਧਾ ਕਰ ਸਕਣ। ਠੀਕ ਹੈ ਜੀ। ਇਹ ਸਾਫਟਾ ਦੇ ਉੱਤੇ ਤੁਹਾਨੂੰ ਆ ਸਕਦਾ ਬੱਚੇ ਕੁਐਸਚਨ।
ਉਸ ਤੋਂ ਅੱਗੇ ਬੱਚੇ ਤੁਸੀਂ ਲਿਖ ਸਕਦੇ ਹੋ ਸਾਰਕ ਦੀ ਮਹੱਤਤਾ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਰਨਾ, ਸੇਫਗਾਰਡ ਆਫ ਹਿਊਮਨ ਰਾਈਟਸ, ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਰਨਾ, ਸੇਫਗਾਰਡ ਆਫ ਹਿਊਮਨ ਰਾਈਟਸ। ਹਾਂਜੀ, ਹਿਊਮਨ ਰਾਈਟਸ ਮੈਨੇ ਮਨੁੱਖਾਂ ਦੇ ਅਧਿਕਾਰਾਂ ਨੂੰ ਬਚਾਉਣਾ, ਇਹਦੇ ਲਈ ਵੀ ਸਾਰਕ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਤੁਸੀਂ ਲਿਖ ਲਓ ਗਰਲ ਚਾਈਲਡ, ਛੋਟੀਆਂ ਲੜਕੀਆਂ ਦੇ ਗਰਲ ਚਾਈਲਡ, ਵਿਮਨ ਔਰਤਾਂ ਦੇ ਲਈ, ਬੱਚਿਆਂ ਦੇ ਲਈ ਚਿਲਡਰਨ ਦੇ ਲਈ, ਬਿਮਾਰੀਆਂ ਅਤੇ ਮਹਾਮਾਰੀਆਂ ਦੀ ਰੋਕਥਾਮ ਲਈ, ਜਿਵੇਂ ਮੈਂ ਤੁਹਾਨੂੰ ਦੱਸਿਆ ਕੈਂਸਰ ਵਗੈਰਾ ਦੇ ਹਸਪੀਟਲ ਨੇ ਵੱਡੇ, ਐਜੂਕੇਸ਼ਨ ਦੇ ਪ੍ਰਸਾਰ ਦੇ ਲਈ, ਸਪਰੈਡ ਆਫ ਐਜੂਕੇਸ਼ਨ ਜਾਂ ਸਿੱਖਿਆ ਦੇ ਪ੍ਰਸਾਰ ਦੇ ਲਈ ਯੂਨੀਵਰਸਿਟੀਆਂ ਖੋਲਣੀਆਂ, ਕਾਲਜ ਖੋਲਣੇ, ਟੈਕਨੀਕਲ ਕਾਲਜ ਖੋਲਣੇ। ਹਾਂਜੀ, ਇਸ ਤੋਂ ਇਲਾਵਾ ਸਾਰਕ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਸਾਰਕ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਇਹਨਾਂ ਸਾਰਿਆਂ ਦਾ ਵੀ ਐਸਟੈਬਲਿਸ਼ਮੈਂਟ ਸਾਰਕ ਦੇ ਅੰਡਰ ਕੀਤੀ ਗਈ। ਠੀਕ ਹੈ, ਹੁਣ ਨਿਚੋੜ ਦੇ ਤੌਰ ਦੇ ਉੱਤੇ ਅਸੀਂ ਕੀ ਕਹਿ ਸਕਦੇ ਹਾਂ ਵੀ ਸਾਰਕ ਦਾ ਕੀ ਫਾਇਦਾ ਹੈ। ਜੇ ਤੁਹਾਨੂੰ ਕੋਈ ਪੁੱਛੇ ਵੀ ਸਾਰਕ ਕੀ ਹੈ, ਹੁਣ ਤੱਕ ਤੁਹਾਨੂੰ ਸਾਰਕ ਦਾ ਕੀ ਸਮਝ ਆਇਆ? ਜੇ ਤੁਹਾਨੂੰ ਕੋਈ ਪੁੱਛੇ ਬਟ ਇਹ ਸਾਰਕ ਤਾਂ ਕੀ ਜਵਾਬ ਹੈ ਕਿ ਭਾਰਤ ਏਸ਼ੀਆ ਮਹਾਦੀਪ 'ਚ ਹੈ, ਏਸ਼ੀਆ ਮਹਾਦੀਪ ਦੇ ਦੱਖਣ ਦੇ ਵਿੱਚ ਹੈ। ਭਾਰਤ ਅਤੇ ਉਸਦੇ ਨਾਲ ਗੁਆਂਢੀ ਦੇਸ਼ਾਂ ਨੇ, ਏਸ਼ੀਆ ਦੇ ਦੱਖਣ ਦੇ ਦੇਸ਼ਾਂ ਨੇ, ਏਸ਼ੀਆ ਦੇ ਸਾਊਥ ਏਸ਼ੀਅਨ ਕੰਟਰੀਜ਼ ਨੇ ਆਪਣੀ ਇੱਕ ਐਸੋਸੀਏਸ਼ਨ ਬਣਾਈ ਹੈ ਜਿਸ ਨੂੰ ਸਾਰਕ ਕਿਹਾ ਜਾਂਦਾ ਹੈ। 1985 ਚ ਇਹਦੀ ਸਥਾਪਨਾ ਹੋਈ ਹੈ। ਸ਼ੁਰੂ ਵਿੱਚ ਇਹਦੇ 7 ਮੈਂਬਰ ਸਨ। 8ਵਾਂ ਮੈਂਬਰ ਅਫਗਾਨਿਸਤਾਨ ਨੇ 2005 ਦੇ ਵਿੱਚ ਇਹਦੇ 'ਚ ਭਾਗ ਲਿਆ। ਇਹਨਾਂ ਦੇਸ਼ਾਂ ਨੇ ਜੋ ਇਹ ਸੰਗਠਨ ਬਣਾਇਆ ਸਾਰਕ, ਇਸ ਸੰਗਠਨ ਦਾ ਮੁੱਖ ਉਦੇਸ਼ ਕੀ ਹੈ? ਮੁੱਖ ਉਦੇਸ਼ ਇਹ ਹੈ ਤਾਂ ਜੋ ਸਾਰਕ ਰੀਜਨ ਦੇ ਵਿੱਚ, ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਸਹਿਯੋਗ ਸਥਾਪਿਤ ਕੀਤਾ ਜਾ ਸਕੇ। ਠੀਕ ਹੈ, ਤੇ ਇਹ ਸਾਰੇ ਕੰਮ ਜਿਹੜੇ ਆ ਸਾਰਕ ਦੀ ਮਹੱਤਤਾ ਹੈ। ਹੁਣ ਅੱਗੇ ਤੁਸੀਂ ਲਿਖੋ ਸਾਰਕ ਦੀਆਂ ਸਮੱਸਿਆਵਾਂ, ਪ੍ਰੋਬਲਮਸ ਆਫ ਸਾਰਕ। ਅੱਜ ਅਸੀਂ ਸਾਰਕ ਖਤਮ ਕਰਨਾ ਬੱਚੇ। ਸਾਰਕ ਦੀਆਂ ਸਮੱਸਿਆਵਾਂ, ਪ੍ਰੋਬਲਮਸ ਆਫ ਸਾਰਕ। ਹਾਂਜੀ, ਮੈਂ ਤੁਹਾਨੂੰ ਦੱਸਿਆ ਕਿ ਸਾਰਕ ਦੇ 8 ਦੇ 8 ਦੇਸ਼ਾਂ ਨੇ ਸਹਿਯੋਗ ਸੰਗਠਨ ਵੀ ਬਣਾ ਲਿਆ, ਕੰਮ ਵੀ ਬੜੇ ਕੀਤੇ, ਸਿਖਰ ਸੰਮੇਲਨ ਵੀ ਹੋ ਰਹੇ ਨੇ, ਪਰ ਫਿਰ ਵੀ ਜਿੰਨਾ ਵਧੀਆ ਕੰਮ ਹੋਣਾ ਚਾਹੀਦਾ ਸੀ ਉਹਨਾਂ ਵਧੀਆ ਕੰਮ ਨਹੀਂ ਹੋ ਰਿਹਾ ਸਾਰਕ ਦੇ। ਤੇ ਉਹਦਾ ਕੀ ਰੀਜ਼ਨ ਹੈ? ਵਟ ਆਰ ਦਾ ਪ੍ਰੋਬਲਮਸ? ਕਿਹੜੀਆਂ ਪ੍ਰੋਬਲਮਸ ਨੇ ਜੋ ਸਾਰਕ ਫੇਸ ਕਰ ਰਿਹਾ? ਪਹਿਲੀ ਪ੍ਰੋਬਲਮ ਤੁਸੀਂ ਲਿਖੋ, ਪਹਿਲੀ ਫਸਟ ਪ੍ਰੋਬਲਮ ਇਜ਼ ਰਾਜਨੀਤਿਕ ਪ੍ਰਣਾਲੀਆਂ ਵਿੱਚ ਭਿੰਨਤਾ, ਡਾਈਵਰਸਿਟੀ ਇਨ ਦਾ ਪੋਲੀਟੀਕਲ ਸਿਸਟਮ। ਰਾਜਨੀਤਿਕ ਪ੍ਰਣਾਲੀਆਂ ਵਿੱਚ ਭਿੰਨਤਾ, ਡਾਈਵਰਸਿਟੀ ਇਨ ਦਾ ਪੋਲੀਟੀਕਲ ਸਿਸਟਮ। ਕਿ ਇਹਨਾਂ 8 ਦੇ 8 ਦੇਸ਼ਾਂ ਵਿੱਚ ਪਹਿਲੀ ਪ੍ਰੋਬਲਮ ਕੀ ਹੈ ਕਿ ਇਹਨਾਂ ਦੀ ਰਾਜਨੀਤਿਕ ਪ੍ਰਣਾਲੀਆਂ ਅਲੱਗ-ਅਲੱਗ ਹੈ। ਕਿਸੇ ਦੇਸ਼ ਵਿੱਚ ਲੋਕਤੰਤਰ ਹੈ, ਕਿਸੇ ਦੇਸ਼ ਵਿੱਚ ਸੈਨਿਕ ਤਾਨਾਸ਼ਾਹੀ ਹੈ, ਕਿਸੇ ਦੇਸ਼ ਵਿੱਚ ਤਾਨਾਸ਼ਾਹੀ ਹੈ। ਜਿਵੇਂ ਨੇਪਾਲ 'ਚ ਪਹਿਲਾਂ ਰਾਜਤੰਤਰ ਸੀ, ਰਾਜੇ ਦਾ ਰਾਜ ਸੀ। ਭਾਰਤ ਲੋਕਤੰਤਰੀ ਦੇਸ਼ ਹੈ। ਪਾਕਿਸਤਾਨ ਦੀ ਗੱਲ ਕਰੀਏ ਉੱਥੇ ਸੈਨਿਕ ਤਾਨਾਸ਼ਾਹੀ ਹੈ, ਸੈਨਾ ਦੇ ਹੱਥ ਵਿੱਚ ਪਾਵਰ ਹੈ। ਠੀਕ ਹੈ, ਭੂਟਾਨ ਦੀ ਗੱਲ ਕਰੀਏ, ਭੂਟਾਨ ਦੇ ਵਿੱਚ ਵੀ ਰਾਜਤੰਤਰ। ਠੀਕ ਹੈ, ਜਦੋਂ ਮਤਲਬ ਆਪਾਂ ਗੱਲ ਕਰਦੇ ਹਾਂ ਜਦੋਂ ਸਾਡਾ ਸਭ ਕੁਝ ਮਿਲਦਾ ਹੀ ਨਹੀਂ, ਮਤਲਬ ਸਾਡੀ ਇੱਕੋ ਜਿਹੀ ਗੱਲਾਂ, ਕੁਛ ਕੁ ਗੱਲਾਂ ਮਿਲਦੀਆਂ ਨੇ, ਕੁਛ ਗੱਲਾਂ ਮਿਲਦੀਆਂ ਹੀ ਨਹੀਂ। ਤਾਂ ਜਿੱਥੇ ਭਾਰਤ ਲੋਕਤੰਤਰ ਨੂੰ ਵਧੀਆ ਕਹੂਗਾ, ਕੋਈ ਤਾਨਾਸ਼ਾਹੀ ਨੂੰ ਵਧੀਆ ਕਹੂਗਾ, ਕੋਈ ਸੈਨਿਕ ਲੋਕਤੰਤਰ ਨੂੰ ਵਧੀਆ ਕਹੂਗਾ। ਭਾਵ ਇਹਨਾਂ 8 ਦੇਸ਼ਾਂ ਦੇ ਵਿੱਚ ਰਾਜਨੀਤਿਕ ਪ੍ਰਣਾਲੀਆਂ ਅਲੱਗ-ਅਲੱਗ ਹੋਣ ਕਰਕੇ ਕਾਫੀ ਇਹਨਾਂ ਦੇ ਵਿੱਚ ਮਤਭੇਦ ਪਾਇਆ ਜਾਂਦਾ ਹੈ, ਕਨਫਲਿਕਟ ਪਾਇਆ ਜਾਂਦਾ ਹੈ। ਇਹਦੇ ਕਰਕੇ ਵੀ ਇਹ 8 ਦੇ 8 ਦੇਸ਼ ਵਧੀਆ ਤਰੀਕੇ ਦੇ ਨਾਲ ਕੰਮ ਨਹੀਂ ਕਰਦੇ। ਉਹਦੀ ਬੰਦ ਕਰ। ਠੀਕ ਹੈ ਜੀ, ਦੂਸਰਾ ਹੈਗਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਵਿਵਾਦ। ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਵਿਵਾਦ, ਲੌਂਗ ਸਟੈਂਡਿੰਗ ਮਿਊਚੁਅਲ ਡਿਸਪਿਊਟਸ। ਕਿ ਇਹਨਾਂ 8 ਦੇਸ਼ਾਂ ਦੇ ਵਿੱਚ ਲੰਬੇ ਸਮੇਂ ਤੋਂ ਵਿਵਾਦ ਚੱਲੇ ਆਉਂਦੇ ਆ। ਜਿਵੇਂ ਭਾਰਤ ਪਾਕਿਸਤਾਨ 1947 ਤੋਂ ਤੁਸੀਂ ਦੇਖੋ ਲੜਾਈ ਚੱਲਦੀ ਹੈ। ਜੇ ਆਪਾਂ ਗੱਲ ਕਰੀਏ ਭਾਰਤ ਪਾਕਿਸਤਾਨ ਦੀ, ਉਹ ਗੱਲ ਕਰੀਏ ਤਾਂ ਭਾਰਤ ਪਾਕਿਸਤਾਨ ਦੇ ਵਿੱਚ ਦੇਖੋ 1947 ਤੋਂ ਲੈ ਕੇ ਹੁਣ ਤੱਕ ਕੀ ਹੈ, ਝਗੜਾ ਹੀ ਚੱਲਿਆ ਆ ਰਿਹਾ। ਕਸ਼ਮੀਰ ਦੇ ਮਾਮਲੇ ਦਾ ਹੀ ਝਗੜਾ ਸਾਡਾ ਚੱਲਿਆ ਆ ਰਿਹਾ। ਭਾਰਤ ਤੇ ਸ਼੍ਰੀਲੰਕਾ ਦੇ ਵਿੱਚ ਤਮਿਲ ਪ੍ਰੋਬਲਮ ਚੱਲੀ ਆ ਰਹੀ ਹੈ। ਭਾਰਤ ਬੰਗਲਾਦੇਸ਼ 'ਚ ਪ੍ਰੋਬਲਮ ਆ ਰਹੀ ਹੈ। ਬੰਗਲਾਦੇਸ਼ ਦੀ ਦੂਜੇ ਦੇਸ਼ ਨਾਲ, ਪਾਕਿਸਤਾਨ ਦੇ ਨਾਲ ਪ੍ਰੋਬਲਮ ਆ ਰਹੀ ਹੈ।
ਕੀ ਮਤਲਬ ਕਿ ਇਹ 8 ਦੇਸ਼ ਉਹ ਨੇ ਜਿਨ੍ਹਾਂ ਵਿੱਚ ਲੰਬੇ ਸਮੇਂ ਤੋਂ ਵਿਵਾਦ ਚੱਲਿਆ ਆ ਰਿਹਾ ਹੈ। ਵਿਵਾਦ ਮੈਨੇ ਆਪਸੀ ਝਗੜੇ ਚੱਲੇ ਆ ਰਹੇ, ਉਹਨਾਂ ਝਗੜਿਆਂ ਕਰਕੇ ਵੀ ਇਹ ਜਿਹੜੇ ਦੇਸ਼ ਨੇ, ਇਹ ਸਾਰਕ ਜਿਹੜਾ ਜਿੰਨਾ ਵਧੀਆ ਕੰਮ ਕਰ ਸਕਦਾ ਸੀ ਉਹਨਾਂ ਵਧੀਆ ਕੰਮ ਸਾਰਕ ਨਹੀਂ ਕਰ ਸਕਦਾ। ਨੰਬਰ 3 ਲਿਖੋ, ਆਪਸੀ ਅਵਿਸ਼ਵਾਸ। ਆਪਸੀ ਅਵਿਸ਼ਵਾਸ, ਮਿਊਚੁਅਲ ਡਿਸਟਰਸਟ, ਕਿ ਇਹ 8 ਦੇ 8 ਦੇਸ਼ ਉਹ ਨੇ ਜਿਨ੍ਹਾਂ ਨੂੰ ਇੱਕ ਦੂਜੇ ਉੱਤੇ ਵਿਸ਼ਵਾਸ ਨਹੀਂ ਹੈ। ਨਾ ਭਾਰਤ ਨੂੰ ਪਾਕਿਸਤਾਨ ਜੋ ਮਰਜ਼ੀ ਕਰ ਲਵੇ, ਭਾਰਤ ਨੂੰ ਪਾਕਿਸਤਾਨ ਤੇ ਹਮੇਸ਼ਾ ਸ਼ੱਕ ਰਹਿਣਾ। ਪਾਕਿਸਤਾਨ ਜੋ ਇੰਡੀਆ ਜਿੰਨਾ ਮਰਜ਼ੀ ਵਧੀਆ ਬਣ ਜਾਏ, ਭਾਰਤ ਤੇ ਪਾਕਿਸਤਾਨ ਨੇ ਕਦੇ ਮਿੱਤਰ ਨਹੀਂ ਬਣਨਾ। ਸ਼੍ਰੀਲੰਕਾ ਦੇ ਨਾਲ ਅਸੀਂ ਬੜਾ ਵਧੀਆ ਰਿਲੇਸ਼ਨ ਸੀ, ਮੁੜ ਕੇ ਸਾਡੇ ਸ਼੍ਰੀਲੰਕਾ ਨਾਲ ਖਰਾਬ ਹੋ ਗਏ। ਅਫਗਾਨਿਸਤਾਨ ਦੇ ਨਾਲ ਤਾਂ ਪ੍ਰੋਬਲਮ ਹੈ, ਪਾਕਿਸਤਾਨ ਦੀ ਅਫਗਾਨਿਸਤਾਨ ਨਾਲ ਪ੍ਰੋਬਲਮ ਹੈ, ਕਿਸੇ ਦੀ ਬੰਗਲਾਦੇਸ਼ ਦੇ ਨਾਲ ਪ੍ਰੋਬਲਮ ਹੈ, ਕਿਸੇ ਦੀ ਮਾਲਦੀਵਸ ਦੇ ਨਾਲ ਪ੍ਰੋਬਲਮ ਹੈ। ਭਾਵ ਕਹਿਣ ਤੋਂ ਇਹ ਕਿ 8 ਦੇ 8 ਦੇਸ਼ਾਂ ਨੇ ਸੰਗਠਨ ਜ਼ਰੂਰ ਬਣਾਇਆ ਹੋਇਆ ਹੈ, ਪਰ ਇਹਨਾਂ 8 ਦੇ 8 ਦੇਸ਼ਾਂ ਦਾ ਇੱਕ ਦੂਜੇ ਉੱਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ। ਔਰ ਜਿੱਥੇ ਸਾਡਾ ਵਿਸ਼ਵਾਸ ਨਹੀਂ ਹੈ, ਜਿੱਥੇ ਸਾਡੇ ਵਿਵਾਦ ਚੱਲੇ ਆ ਰਹੇ ਆ, ਜਿੱਥੇ ਸਾਡਾ ਅਸੀਂ ਇੱਕ ਦੂਜੇ ਦੇ ਖੇਤਰ 'ਚ ਆ ਕੇ ਦਖਲਅੰਦਾਜ਼ੀ ਕਰਦੇ ਆ, ਇੱਕ ਦੂਜੇ ਉੱਤੇ ਹਮਲੇ ਕਰਦੇ ਆ, ਇੱਕ ਦੂਜੇ ਉੱਤੇ ਆਤੰਕਵਾਦ ਕਰਦੇ ਆ, ਉੱਥੇ ਉਹ ਕੰਮ ਬਹੁਤ ਵਧੀਆ ਨਹੀਂ ਹੋ ਸਕਦਾ। ਸੋ ਚੌਥੀ ਚੀਜ਼ ਤੁਸੀਂ ਲਿਖ ਲਓ, ਆਰਥਿਕ ਪ੍ਰਤੀਯੋਗਤਾ, ਇਕਨੋਮਿਕ ਕੰਪੀਟੀਸ਼ਨ। ਆਰਥਿਕ ਪ੍ਰਤੀਯੋਗਤਾ, ਇਕਨੋਮਿਕ ਕੰਪੀਟੀਸ਼ਨ ਕੀ ਮਤਲਬ? ਇਹ 8 ਦੇ 8 ਦੇਸ਼ ਇੱਕ ਦੂਜੇ ਤੋਂ ਅੱਗੇ ਵਧਣਾ ਚਾਹੁੰਦੇ ਨੇ। ਵੈਸੇ ਤਾਂ ਹਰ ਇੱਕ ਬੰਦਾ ਦੂਜੇ ਤੋਂ ਅੱਗੇ ਵਧਣਾ ਚਾਹੁੰਦਾ, ਪਰ ਇਹਨਾਂ 8 ਦੇਸ਼ਾਂ 'ਚ ਈਰਖਾ ਹੈ। ਦੇਖੋ ਅਸੀਂ ਅੱਗੇ ਕਰਾਂਗੇ, ਜੇ ਭਾਰਤ ਇੱਕ ਐਟਮ ਧਮਾਕਾ ਕਰਦਾ ਹੈ ਤਾਂ ਪਾਕਿਸਤਾਨ 3 ਕਰਦਾ ਹੈ। ਜੇ ਭਾਰਤ 5 ਧਮਾਕੇ ਕੀਤੇ ਤਾਂ ਪਾਕਿਸਤਾਨ ਨੇ 8 ਕਰਕੇ ਦਿਖਾਏ ਵੀ ਆ, ਚੱਕੋ। ਜੇ ਜੋ ਕੁਝ ਇੱਕ ਦੇਸ਼ ਕਰਦਾ ਹੈ, ਦੂਜਾ ਦੇਸ਼ ਆਪਣੇ ਆਪ ਨੂੰ ਉਹਦੇ ਤੋਂ ਵਧੀਆ ਦਿਖਾਉਣ ਦੇ ਲਈ ਉਸ ਤੋਂ ਉੱਪਰਲਾ ਕੰਮ ਕਰਦਾ ਹੈ। ਭਾਵ ਜਿਹਨੂੰ ਕਹੀਦਾ ਜੈਲਸੀ। ਜੈਲਸੀ ਸਮਝਦੇ ਹੋ? ਈਰਖਾ, ਇੱਕ ਦੂਜੇ ਤੋਂ ਅੱਗੇ ਵਧਣ ਦੀ ਆਸ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਾਰਕ ਦੇ ਵਿੱਚ ਸਭ ਤੋਂ ਜ਼ਿਆਦਾ ਪੈਸਾ ਕੌਣ ਦਿੰਦਾ ਹੈ? ਭਾਰਤ ਦੇ ਰਿਹਾ ਹੈ। ਸਭ ਤੋਂ ਜ਼ਿਆਦਾ ਇਕਨੋਮਿਕ ਏਡ ਜਾਂ ਸਭ ਤੋਂ ਜ਼ਿਆਦਾ ਪੈਸਾ ਕੌਣ ਦੇ ਰਿਹਾ? ਭਾਰਤ ਦੇ ਰਿਹਾ। ਸੋ ਇਸ ਗੱਲ ਦੇ ਉੱਤੇ ਵੀ ਪਾਕਿਸਤਾਨ ਨੂੰ ਪ੍ਰੋਬਲਮ ਹੈ। ਬਾਕੀ ਦੇਸ਼ ਇਸ ਗੱਲ ਤੇ ਵੀ ਈਰਖਾ ਕਰਦੇ ਨੇ ਵੀ ਭਾਰਤ ਆਪਣੇ ਆਪ ਨੂੰ ਬਹੁਤ ਸਮਝਦਾ ਹੈ ਨਾ। ਇਸ ਕਰਕੇ ਇਹਨਾਂ ਦੇਸ਼ਾਂ ਦੇ ਵਿੱਚ ਇੱਕ ਦੂਜੇ ਤੋਂ ਅੱਗੇ ਵਧਣ ਦੀ ਸਮੱਸਿਆ ਵੀ ਹੈ, ਅਤੇ ਇਹਨਾਂ ਦੇ ਵਿੱਚ ਮਤਲਬ ਕੋਆਪਰੇਸ਼ਨ ਨਹੀਂ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਦੇਖਣ 'ਚ ਇਕੱਠੇ ਹੋਏ ਆ, ਬੈਠੇ ਆ, ਸਭ ਕੁਝ ਕੀਤੇ। ਕਈ ਵਾਰੀ ਆਪਾਂ ਕਿਸੇ ਆਪਣੇ ਆਂਢੀ ਗੁਆਂਢੀਆਂ ਨਾਲ ਬੈਠਦੇ ਵੀ ਆ, ਚਾਹ ਪਾਣੀ ਵੀ ਪੀਂਦੇ ਆ, ਗੱਲਬਾਤ ਵੀ ਕਰਦੇ ਆ, ਮੀਟਿੰਗਾਂ ਵੀ ਕਰਦੇ, ਪਰ ਵਿੱਚੋਂ ਸਾਡਾ ਦਿਲ ਨਹੀਂ ਮਿਲਦਾ। ਸੇਮ ਵਿਦ ਥੀਸ 8 ਕੰਟਰੀਜ਼, ਠੀਕ ਹੈ। ਐਂਡ ਨੈਕਸਟ ਤੁਸੀਂ ਲਿਖ ਲਓ ਕਿ ਅਨਿਯਮਿਤ ਸੰਮੇਲਨ, irregular summits, ਅਨਿਯਮਿਤ ਸੰਮੇਲਨ, irregular summits, ਕਿ ਜਿਹੜੇ 8 ਦੇ 8 ਦੇਸ਼ ਹੈ, ਇਹਨਾਂ ਨੇ ਪਹਿਲਾਂ ਸ਼ੁਰੂ 'ਚ ਇਹ ਸੀਗਾ ਕਿ ਅਸੀਂ ਹਰ ਸਾਲ ਸੰਮੇਲਨ ਕਰਾਂਗੇ, ਹਰ ਸਾਲ ਮੀਟਿੰਗ ਕਰਾਂਗੇ। ਮੀਟਿੰਗ ਦੇ ਵਿੱਚ ਅਸੀਂ ਸਾਰੇ ਸਾਂਝੇ ਮੁੱਦਿਆਂ ਨੂੰ ਡਿਸਕਸ ਕਰਾਂਗੇ। ਮੀਟਿੰਗ ਦੇ ਵਿੱਚ ਅਸੀਂ ਇੱਕ ਦੂਜੇ ਦੇ ਪ੍ਰੋਬਲਮਸ ਨੂੰ ਸੋਲਵ ਕਰਾਂਗੇ। ਪਰ ਤੁਸੀਂ ਦੇਖੋ 1985 ਤੋਂ ਲੈ ਕੇ ਹੁਣ ਜੇ ਆਪਾਂ 2022 ਤੱਕ ਗੱਲ ਕਰੀਏ, ਹੁਣ ਤੱਕ ਤਾਂ ਸਾਡੀਆਂ 35 40 40 45 ਮੀਟਿੰਗਸ ਹੋਣੀਆਂ ਚਾਹੀਦੀਆਂ ਸੀ, ਜ਼ਿਆਦਾ ਹੋਣੀਆਂ ਚਾਹੀਦੀਆਂ ਸੀ, ਪਰ ਹੋਈਆਂ ਹੀ ਨਹੀਂ। ਹੋਈਆਂ ਹੀ ਨਹੀਂ। ਕਿਉਂ ਨਹੀਂ ਹੋਈਆਂ? ਕਿਉਂਕਿ ਕਦੇ ਕੋਈ ਦੇਸ਼ ਕਿਸੇ ਨਾਲ ਨਾਰਾਜ਼ ਹੋ ਜਾਂਦਾ, ਕਦੇ ਕੋਈ। ਜਦੋਂ 2 ਦੇਸ਼ਾਂ ਦੀ 8 ਦੇਸ਼ਾਂ 'ਚੋਂ 2-3 ਤਾਂ ਆਪਸ ਵਿੱਚ ਰੁੱਸੇ ਰਹਿੰਦੇ ਨੇ, ਔਰ ਜਦੋਂ ਰੁੱਸੇ ਹੁੰਦੇ ਨੇ ਉਦੋਂ ਸਮਿਟ ਨਹੀਂ ਹੁੰਦੀ। ਜਦੋਂ ਸਮਿਟ ਨਹੀਂ ਹੋਏਗੀ ਤਾਂ ਉਦੋਂ ਸਾਂਝੇ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਨਹੀਂ ਹੋਏਗਾ। ਸੋ ਜਿੰਨੇ ਇਹਦੇ ਸੰਮੇਲਨ ਵਧੀਆ ਤਰੀਕੇ ਦੇ ਨਾਲ ਹੋਣੇ ਚਾਹੀਦੇ ਸੀ, ਓਨੇ ਸੰਮੇਲਨ ਵੀ ਇਹਦੇ ਵਧੀਆ ਤਰੀਕੇ ਦੇ ਨਾਲ ਨਹੀਂ ਹੋਏ। ਇਹ ਵੀ ਇੱਕ ਸਾਰਕ ਦੀ ਕੀ ਹੈ? ਸਮੱਸਿਆ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਤੁਸੀਂ ਲਿਖ ਲਓ ਕਿ ਰਾਸ਼ਟਰੀ ਹਿੱਤਾਂ ਨੂੰ ਪਹਿਲ, ਪ੍ਰੈਫਰੈਂਸ ਟੂ ਨੈਸ਼ਨਲ ਇੰਟਰਸਟ, ਰਾਸ਼ਟਰੀ ਹਿੱਤਾਂ ਨੂੰ ਪਹਿਲ, ਕਿ 8 ਦੇ 8 ਦੇਸ਼ ਸਾਂਝੇ ਮੁੱਦਿਆਂ ਦੀ ਬਜਾਏ ਆਪਣੇ ਆਪਣੇ ਦੇਸ਼ ਦਾ ਫਾਇਦਾ ਦੇਖਦੇ ਨੇ। ਇੱਕ ਹੁੰਦਾ ਸਾਂਝੇ ਲਈ ਵਧੀਆ ਮਿਲ ਕੇ ਕੰਮ ਕਰਨਾ, ਕਿ ਏਦਾਂ ਦਾ ਕਲੈਕਟਿਵ ਕੰਮ ਕੀਤਾ ਜਾਵੇ ਜਿਹਦੇ ਨਾਲ 8 ਦੇਸ਼ਾਂ ਨੂੰ ਫਾਇਦਾ ਹੋਏ। ਪਰ ਇਹ ਬਜਾਏ ਕਿ ਰੀਜਨ ਦੇ ਵਿਕਾਸ ਦੇ, ਇਹ ਆਪਣੇ ਆਪਣੇ ਦੇਸ਼ ਦਾ ਵਿਕਾਸ ਕਰਨਾ ਚਾਹੁੰਦੇ ਨੇ, ਜਿਹਦੇ ਕਰਕੇ ਕੀ ਹੈ? ਇੱਕ ਦੂਜੇ ਤੋਂ ਅੱਗੇ ਵਧਣਾ ਚਾਹੁੰਦੇ ਆ, ਇੱਕ ਦੂਜੇ ਨਾਲ ਈਰਖਾ ਕਰਦੇ ਆ, ਇੱਕ ਦੂਜੇ ਨਾਲ ਜੈਲਸ ਹੁੰਦੀ ਹੈ ਇਹਨਾਂ ਦੇ ਵਿੱਚ, ਇੱਕ ਦੂਜੇ ਦੇ ਨਾਲ ਪ੍ਰਤੀਯੋਗਤਾ ਹੈ ਇਹਨਾਂ ਦੇ ਵਿੱਚ। ਇਸ ਕਰਕੇ ਇਹਨਾਂ ਨੂੰ ਪ੍ਰੋਬਲਮ ਜਿਹੜੀ ਹੈ ਉਹ ਆਉਂਦੀ ਹੈ। ਠੀਕ ਹੈ ਜੀ। ਇਸ ਤੋਂ ਅੱਗੇ ਹੈਗਾ ਕਿ ਪਾਕਿਸਤਾਨ ਅਤੇ ਭਾਰਤ ਦਾ ਇੱਕ ਦੂਜੇ ਉੱਤੇ ਆਤੰਕਵਾਦ ਦਾ ਇਲਜ਼ਾਮ ਲਗਾਉਣਾ। ਭਾਰਤ ਅਤੇ ਪਾਕਿਸਤਾਨ ਦਾ ਇੱਕ ਦੂਜੇ ਉੱਤੇ ਆਤੰਕਵਾਦ ਦਾ ਇਲਜ਼ਾਮ ਲਗਾਉਣਾ, ਕਿ ਭਾਰਤ
ਪਾਕਿਸਤਾਨ ਨੂੰ ਆਤੰਕਵਾਦੀ ਦੱਸਦਾ ਹੈ, ਪਾਕਿਸਤਾਨ ਭਾਰਤ ਨੂੰ ਦੱਸਦਾ ਹੈ। ਭਾਰਤ ਨੂੰ ਪੁੱਛੋ ਤਾਂ ਭਾਰਤ ਕਹਿੰਦਾ ਸਾਡੀਆਂ ਸਾਰੀਆਂ ਸਮੱਸਿਆਵਾਂ ਹੀ ਪਾਕਿਸਤਾਨ ਦੀਆਂ ਪੇਸ਼ ਕੀਤੀਆਂ ਹੋਈਆਂ ਨੇ। ਜੇ ਪਾਕਿਸਤਾਨ ਨੂੰ ਪੁੱਛੋ ਤਾਂ ਪਾਕਿਸਤਾਨ ਕਹਿੰਦਾ ਕਿ ਭਾਰਤ ਹੀ ਸਾਨੂੰ ਟਿਕਣ ਨਹੀਂ ਦਿੰਦਾ। ਸ਼੍ਰੀਲੰਕਾ ਦੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਭਾਰਤ ਨੇ ਸ਼੍ਰੀਲੰਕਾ ਦੀ ਮਦਦ ਦੇ ਲਈ ਸੈਨਾ ਭੇਜੀ। ਸ਼੍ਰੀਲੰਕਾ ਦਾ ਇਹ ਇਲਜ਼ਾਮ ਸੀਗਾ ਕਿ ਸੈਨਾ ਹੀ ਹੈ ਜਿਹਨੇ ਸਾਨੂੰ ਪਰੇਸ਼ਾਨ ਕੀਤਾ ਹੋਇਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇੱਕ ਦੂਜੇ ਉੱਤੇ ਇਲਜ਼ਾਮ ਲਗਾਉਣੇ, ਇੱਕ ਦੂਜੇ ਦੇਸ਼ਾਂ ਦੇ ਵਿੱਚ ਆਤੰਕਵਾਦ ਫੈਲਾਉਣਾ, ਇੱਕ ਦੂਜੇ ਦੀ ਸ਼ਾਂਤੀ ਭੰਗ ਕਰਨੀ, ਇੱਕ ਦੂਜੇ ਦੇ ਖੇਤਰ ਦੇ ਵਿੱਚ ਇੰਟਰਫੇਅਰ ਕਰਨਾ, ਇੱਕ ਦੂਜੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਨੀ, ਮਿਊਚੁਅਲ ਅੰਡਰਸਟੈਂਡਿੰਗ ਨਾ ਹੋਣਾ, ਇੱਕ ਦੂਜੇ ਤੇ ਵਿਸ਼ਵਾਸ ਨਾ ਹੋਣਾ, ਇਹ ਸਾਰੀਆਂ ਸਮੱਸਿਆਵਾਂ ਨੇ ਕੀ ਹੈ, ਸਾਰਕ ਨੂੰ ਵਧੀਆ ਤਰ੍ਹਾਂ ਕੰਮ ਨਹੀਂ ਕਰ ਦਿੱਤਾ। ਸੋ ਥੀਸ ਆਰ ਦਾ ਪ੍ਰੋਬਲਮਸ ਆਫ ਸਾਰਕ। ਠੀਕ ਹੈ ਜੀ। ਹੁਣ ਤੁਸੀਂ ਪਹਿਲਾਂ ਮੈਨੂੰ ਥੋੜਾ ਜਿਹਾ ਇਹ ਦੱਸੋ ਕਿ ਸਾਰਕ ਵਾਲਾ ਲੈਸਨ ਸਮਝ ਆ ਗਿਆ? ਹਾਂਜੀ ਮੈਮ। ਹੁਣ ਦੇਖੋ ਤੁਸੀਂ +2 ਦੇ ਸਟੂਡੈਂਟਸ ਹੋ, ਔਰ ਮੈਨੂੰ ਲੱਗਦਾ ਪਹਿਲੇ ਦਿਨ ਤੋਂ ਜਦੋਂ ਤੋਂ ਕਲਾਸ ਲੈ ਰਹੀ ਹਾਂ, ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਵੀ, ਬਾਕੀਆਂ ਨੂੰ ਵੀ ਹਮੇਸ਼ਾ YouTube ਦੇ ਥਰੂ ਮੈਂ ਇੱਕੋ ਸੁਨੇਹਾ ਦਿੱਤਾ ਹੈ ਕਿ ਬੱਚੇ ਦੋ ਗੱਲਾਂ ਨੇ, ਨੰਬਰਾਂ ਲਈ ਪੜ੍ਹਨਾ ਤੇ ਗਿਆਨ ਲਈ ਪੜ੍ਹਨਾ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ, ਆਪਣੀ ਨੌਲੇਜ ਅਪਡੇਟ ਕਰਨ ਦੇ ਲਈ ਪੜ੍ਹਨਾ, ਕਿਉਂਕਿ ਜਦ ਤੁਸੀਂ BA ਕਰਨੀ ਹੈ, ਤੁਹਾਡੇ ਚੋਂ ਕਾਫੀ ਬੱਚੇ ਹੋਣਗੇ ਜਿਹੜੇ BA ਕਰਨਗੇ, MA ਕਰਨਗੇ। ਸੋ ਤੁਸੀਂ BA ਕਰੋਗੇ, BA ਦੇ ਵਿੱਚ ਤੁਹਾਡੇ ਕੋਲ ਪੋਲੀਟੀਕਲ ਸਾਇੰਸ ਹੋਣੀ ਹੈ, ਕਿਉਂਕਿ ਤੁਹਾਡਾ +2 ਦਾ ਸਬਜੈਕਟ ਹੈ। ਸੋ ਇਨ ਕੇਸ ਕਿ ਤੁਸੀਂ ਤੁਹਾਨੂੰ ਨਹੀਂ ਕੀਤਾ, ਹੁਣ ਦੇਖੋ ਜਿਹੜੀ ਫੋਰਨ ਪਾਲਿਸੀ ਹੈ, ਫੋਰਨ ਪਾਲਿਸੀ ਦੇ 9 ਦੇ 9 ਟੌਪਿਕ ਜਿਹੜੇ ਨੇ ਤੁਹਾਡੇ MA ਤੱਕ ਜਾਣਗੇ। ਈਵਨ MA ਦੇ ਵਿੱਚ ਇੱਕ ਤੁਹਾਡਾ ਪੂਰਾ ਚੈਪਟਰ, ਪੂਰਾ ਪੇਪਰ, ਨਾਟ ਚੈਪਟਰ ਸੌਰੀ, ਪੂਰਾ ਪੇਪਰ ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ ਹੁੰਦਾ। ਸੋ ਤੁਹਾਨੂੰ, ਜੇ ਤੁਹਾਨੂੰ ਬੇਸ ਹੀ ਨਹੀਂ ਪਤਾ ਹੋਏਗਾ, ਹੁਣ ਕਾਲਜ 'ਚ ਕਿਸੇ ਨੇ ਨਹੀਂ ਸਮਝਾਉਣਾ ਤੁਹਾਨੂੰ। ਕਾਲਜ 'ਚ ਉਹਨਾਂ ਨੇ ਕਹਿਣਾ ਭਾਰਤ ਇੱਕ ਗੁੱਟ ਨਿਰਲੇਪ ਦੇਸ਼ ਹੈ, ਨੌਨ ਅਲਾਈਨਡ। ਜੇ ਤੁਹਾਨੂੰ ਪਤਾ ਹੀ ਨਹੀਂ ਹੋਊਗਾ ਵੀ ਗੁੱਟ ਨਿਰਲੇਪ ਕੀ ਹੈ, ਜੇ ਤੁਹਾਨੂੰ ਪਤਾ ਹੀ ਨਹੀਂ ਹੋਏਗਾ ਕਿ ਭਾਰਤ ਪਾਕਿਸਤਾਨ ਦੀ ਐਕਚੁਅਲੀ ਪ੍ਰੋਬਲਮ ਕਿੱਥੋਂ ਸ਼ੁਰੂ ਹੋਈ ਹੈ, ਜੇ ਤੁਹਾਨੂੰ ਪਤਾ ਹੀ ਨਹੀਂ ਹੋਏਗਾ ਕਿ ਏਸ਼ੀਆ ਦੇ ਕਿਹੜੇ ਆਰਗੇਨਾਈਜੇਸ਼ਨ ਹੈ, ਇੰਟਰਨੈਸ਼ਨਲ ਕਿਹੜੀ ਆਰਗੇਨਾਈਜੇਸ਼ਨ ਹੈ, ਸੁਪਰ ਪਾਵਰਸ ਕੌਣ ਨੇ, ਕਿੱਦਾਂ ਸੁਪਰ ਪਾਵਰਸ ਬਣੀਆਂ, ਕਿਉਂ ਆਪਾਂ ਕਿਸੇ ਦੇਸ਼ ਦੇ ਨਾਲ ਵਪਾਰ ਕਰਦੇ ਹਾਂ, ਕਿਉਂ ਚੀਨ ਇੱਕ ਸੁਪਰ ਪਾਵਰ ਹੈ, ਕਿਉਂ ਭਾਰਤ ਇੱਕ ਪਾਵਰ ਬਣਦਾ ਜਾ ਰਿਹਾ, ਕਿਉਂ ਅਮਰੀਕਾ ਨੂੰ ਦੂਜੇ ਦੇਸ਼ਾਂ ਉੱਤੇ ਦਬਕਾ ਮਾਰਨ ਦੀ ਆਦਤ ਹੈ, ਅਮਰੀਕਾ ਦਾ ਦਬਕਾ ਦੇਸ਼ ਕਿਉਂ ਬਰਦਾਸ਼ਤ ਕਰਦੇ ਨੇ। ਇਹ ਸਾਰਾ ਕੁਝ ਸਮਝਣ ਦੇ ਲਈ ਸਾਨੂੰ ਕਿਸ ਚੀਜ਼ ਦੀ ਲੋੜ ਪਏਗੀ, ਸਾਨੂੰ ਅੰਡਰਸਟੈਂਡਿੰਗ ਦੀ ਲੋੜ ਪਏਗੀ। ਉਹ ਅੰਡਰਸਟੈਂਡਿੰਗ ਕਿੱਥੋਂ ਹੋਏਗੀ, ਜੇ ਆਪਾਂ ਡਿਟੇਲ 'ਚ ਕਰਾਂਗੇ। ਠੀਕ ਹੈ। ਸੋ ਕਾਫੀ ਬੱਚੇ ਨੇ ਜਿਹੜੇ ਕਲਾਸਿਸ ਨਹੀਂ ਲਾ ਰਹੇ, ਉਹ ਬੜੇ ਖੁਸ਼ ਨੇ ਕਿ ਅਸੀਂ ਕਲਾਸਿਸ ਨਹੀਂ ਲਾ ਰਹੇ ਔਰ ਮੈਮ ਸਾਨੂੰ ਕੁਝ ਕਹਿ ਵੀ ਨਹੀਂ ਰਹੇ। ਉਹਨਾਂ ਨੂੰ ਪਤਾ ਲੱਗ ਜਾਣਾ, ਆ ਹੁਣ ਪ੍ਰੀ ਬੋਰਡ ਦੀ ਡੇਟ ਆ ਗਈ ਹੈ। ਇੱਕ ਗੱਲ ਮੇਰੀ ਯਾਦ ਰੱਖਿਓ, ਮੇਰੀ ਆਪਣੀ ਬੇਟੀ CBSE 'ਚ ਹੈ। CBSE ਨੇ ਜੋ ਕਰਨਾ ਹੈ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਸੇਮ ਟੂ ਸੇਮ ਕਰਨਾ ਹੈ। ਹੁਣ CBSE ਦੀ 3 ਦਿਨ ਪਹਿਲਾਂ ਪ੍ਰੀ ਬੋਰਡ ਦੀ ਡੇਟ ਸ਼ੀਟ ਆਈ, ਮੈਂ ਉਸ ਦਿਨ ਹੀ ਕਹਿਤਾ ਸੀਗਾ ਕਿ ਹੁਣ ਪੰਜਾਬ ਬੋਰਡ ਦੀ ਡੇਟ ਸ਼ੀਟ ਆਏਗੀ। ਔਰ ਹੁਣ ਪੰਜਾਬ CBSE ਨੇ ਪੇਪਰ ਲੈਣੇ ਹੀ ਲੈਣੇ ਹੈ। ਦੇਖੋ ਦੁਨੀਆ ਇੱਧਰ ਦੀ ਇੱਧਰ ਹੋ ਜੇ, ਕਰੋਨਾ ਤੁਹਾਡਾ 20 ਫਰਵਰੀ ਨਹੀਂ, ਇਹ ਇਲੈਕਸ਼ਨ ਜਿਸ ਦਿਨ ਇਲੈਕਸ਼ਨ ਹੋ ਗਏ ਉਸ ਦਿਨ ਕਰੋਨਾ ਕਰਾਨਾ ਸਭ ਚੱਲ ਜਾਣਾ। ਤੇ ਤੁਹਾਨੂੰ ਕੀ ਲੱਗਦਾ ਹੈ ਮਾਰਚ ਅਪ੍ਰੈਲ ਦੇ ਵਿੱਚ ਤੁਹਾਡੇ ਪੇਪਰ ਨਹੀਂ ਹੋਣੇ? 100% ਹੋਣਗੇ। ਮੈਨੂੰ ਜਦੋਂ ਵੀ ਕੋਈ ਬੱਚਾ ਪੁੱਛਦਾ ਮੈਂ ਕਹਿੰਦੀ ਹਾਂ ਹੋਣੇ। ਇਹ ਜ਼ਰੂਰ ਹੈ ਕਿ ਸੈਂਟਰ ਤੁਹਾਡੇ ਸਕੂਲਾਂ 'ਚ ਬਣ ਜਾਣਗੇ, ਪਰ ਪੇਪਰ ਹੋਣੇ ਹੈ। ਔਰ 1-1 ਨੰਬਰ ਵਾਲੇ ਵੀ ਨਹੀਂ ਹੋਣੇ ਵੀ ਤੁਹਾਨੂੰ ਕੋਈ ਬੋਲ ਕੇ ਕਰਾ ਦੇਗਾ। ਤੁਸੀਂ ਆਨਸਰ 2 ਨੰਬਰ ਦਾ ਦੇਣਾ ਹੈ, 4 ਦਾ ਦੇਣਾ ਹੈ, 6 ਦਾ ਦੇਣਾ, ਉਹ ਤਾਂ ਹੀ ਆਏਗਾ ਜਦ ਤੁਸੀਂ ਆਪਣਾ ਕੀਤਾ ਹੋਏਗਾ। ਇਸ ਕਰਕੇ ਬੇਟੇ ਬੀ ਸੀਰੀਅਸ ਔਰ ਇਹਨੂੰ ਚੰਗੇ ਤਰੀਕੇ ਦੇ ਨਾਲ ਕਰ ਲਓ। ਠੀਕ ਹੈ, ਅੱਛੇ ਤਰੀਕੇ ਦੇ ਨਾਲ ਸਮਝ ਕੇ ਕਰੋ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਹੈ ਕੀ ਨਹੀਂ। ਜਿਹੜੇ ਮੈਂ ਪੁਆਇੰਟਸ ਤੁਹਾਨੂੰ ਅੱਜ ਲਿਖਾਏ ਨੇ, ਸਾਰਕ ਦੀ ਇੰਪੋਰਟੈਂਸ, ਸਾਰਕ ਦੀ ਸਮੱਸਿਆਵਾਂ, ਇਹਨਾਂ ਪੁਆਇੰਟਸ ਨੂੰ ਐਲੈਬੋਰੇਟ ਕਰਕੇ 2-2 3-3 ਲਾਈਨਾਂ ਦੇ ਵਿੱਚ ਤੁਸੀਂ ਆਪ ਬਣਾ ਕੇ ਲਿਖਣਾ ਹੈ। ਠੀਕ ਹੈ ਜੀ। ਉਸ ਤੋਂ ਲਾਸਟ ਦੇ ਵਿੱਚ ਅਸੀਂ ਕਰਾਂਗੇ ਸਾਰਕ ਨੂੰ ਮਜ਼ਬੂਤ ਬਣਾਏ ਜਾਣ ਲਈ ਸੁਝਾਅ। ਸਾਰਕ ਨੂੰ ਮਜ਼ਬੂਤ ਬਣਾਏ ਜਾਣ ਲਈ ਸੁਝਾਅ, ਸੁਜੈਸ਼ਨਸ ਟੂ ਸਟਰੈਂਥਨ ਸਾਰਕ, ਸੁਜੈਸ਼ਨਸ ਟੂ ਸਟਰੈਂਥਨ ਸਾਰਕ। ਹੁਣ ਆਪਾਂ ਸਾਰਕ ਤਾਂ ਬਣਾ ਲਿਆ, ਸਾਰਕ ਨੇ ਕੰਮ ਵੀ ਕਰੀ ਜਾਂਦਾ ਹੈ। ਸਾਰਕ ਦੇ ਵਿੱਚ ਫਿਰ ਵੀ ਕਈ ਸਮੱਸਿਆਵਾਂ ਨੇ। ਜੇ ਆਪਾਂ ਚਾਹੁੰਦੇ ਹਾਂ, 8 ਦੇ 8 ਦੇਸ਼ ਚਾਹੁੰਦੇ ਆ ਕਿ ਜਿਹੜਾ ਅਸੀਂ ਸਾਰਕ ਸੰਸਥਾ ਬਣਾਈਏ ਬੜੇ ਵਧੀਆ ਤਰੀਕੇ ਦੇ ਨਾਲ ਕੰਮ ਕਰੇ, ਤਾਂ ਉਹਦੇ ਵਿੱਚ ਕੁਝ ਸੁਧਾਰ ਕਰਨ ਦੀ ਲੋੜ ਹੈ। ਪਹਿਲੀ ਗੱਲ ਸੁਧਾਰ ਕੀ ਹੈ? ਨੰਬਰ 1 ਲਿਖ ਲਓ, ਆਪਣੇ ਕੋਲੋਂ ਲਿਖੋ ਕਿ ਆਪਸੀ ਵਿਸ਼ਵਾਸ ਬਣਾਉਣਾ, ਕਿ 8 ਦੇ 8 ਦੇਸ਼ਾਂ ਵਿੱਚ ਮਿਊਚੁਅਲ ਫੇਥ ਐਂਡ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। There must be mutual faith and understanding within these 8 countries. ਪਹਿਲੀ ਗੱਲ। ਦੂਜੀ ਗੱਲ, ਆਰਥਿਕ ਸਹਿਯੋਗ ਨੂੰ ਪਹਿਲ, ਪ੍ਰੈਫਰੈਂਸ ਟੂ ਇਕਨੋਮਿਕ ਕੋਆਪਰੇਸ਼ਨ, ਕਿ 8 ਦੇ 8 ਦੇਸ਼ ਪਹਿਲੇ ਨੰਬਰ ਦੇ ਉੱਤੇ ਆਪਣੇ
ਇਕਨੋਮਿਕ ਕੋਆਪਰੇਸ਼ਨ ਦੇ ਲਈ ਕੀ ਕਰਨ, ਇੱਕ ਦੂਜੇ ਦੇ ਨਾਲ ਇੱਕ ਦੂਜੇ ਨੂੰ ਕੋਆਪਰੇਟ ਕਰਨ ਤਾਂ ਜੋ 8 ਦੇ 8 ਦੇਸ਼ ਵਿਕਾਸ ਕਰ ਸਕਣ, ਇਹਨਾਂ ਦੇ ਵਿੱਚ ਵਪਾਰ ਵਿੱਚ ਵਾਧਾ ਹੋ ਸਕੇ। ਨੰਬਰ 3, ਮਹਾਸ਼ਕਤੀਆਂ ਦੇ ਦਖਲ ਤੋਂ ਦੂਰ ਰਹਿਣਾ। ਕੇਅਰਫੁਲ ਟੂ ਬਿਗ ਪਾਵਰਸ ਇੰਟਰਵੈਂਸ਼ਨ। ਕੇਅਰਫੁਲ ਅਬਾਊਟ ਦਾ ਬਿਗ ਪਾਵਰਸ ਇੰਟਰਵੈਂਸ਼ਨ, ਕਿ 8 ਦੇ 8 ਦੇਸ਼ ਜਿਹੜੇ ਨੇ ਇਹ ਮਹਾਸ਼ਕਤੀਆਂ ਕਿਹੜੀ ਹੋ ਗਈ ਹੈ, ਰੂਸ ਹੈ, ਅਮਰੀਕਾ ਹੈ, ਫਰਾਂਸ ਹੈ, ਜਰਮਨੀ ਹੈ, ਜਿੰਨੀਆਂ ਮਹਾਸ਼ਕਤੀਆਂ ਨੇ ਇਹ ਕੋਸ਼ਿਸ਼ ਕਰਦੀਆਂ ਨੇ ਕਿ ਛੋਟੇ ਦੇਸ਼ਾਂ ਦੇ ਵਿੱਚ ਲੜਾਈ ਝਗੜਾ ਪਾਇਆ ਜਾ ਸਕੇ, ਛੋਟੇ ਦੇਸ਼ਾਂ 'ਚ ਕਲੇਸ਼ ਸਥਾਪਿਤ ਕੀਤਾ ਜਾ ਸਕੇ। ਸੋ ਇਹ ਇਹਨਾਂ 8 ਦੇਸ਼ਾਂ ਨੂੰ, ਸਾਰਕ ਦੇਸ਼ਾਂ ਨੂੰ ਧਿਆਨ ਰੱਖਣਾ ਪੈਣਾ ਕਿ ਮਹਾਸ਼ਕਤੀਆਂ ਦੇ ਪ੍ਰਭਾਵ ਤੋਂ, ਸੁਪਰ ਪਾਵਰਸ ਦੇ ਪ੍ਰਭਾਵ ਤੋਂ ਕੀ ਰਹਿਣ, ਦੂਰ ਰਹਿਣ, ਤਾਂ ਜੋ ਉਹ ਇਹਨਾਂ ਦੇ ਵਿੱਚ ਲੜਾਈ ਝਗੜੇ ਨਾ ਕਰਾ ਸਕਣ। ਇਸ ਤੋਂ ਇਲਾਵਾ ਆਰਥਿਕ ਵਿਕਾਸ ਦੀਆਂ ਗੱਲਾਂ ਕਰਨ, ਇਕਨੋਮਿਕ ਡਿਵੈਲਪਮੈਂਟ ਦੇ ਲਈ ਗੱਲ ਕਰਨ, ਵਾਤਾਵਰਣ ਦੇ ਸੁਧਾਰ ਦੇ ਲਈ ਗੱਲ ਕਰਨ, ਸਿੱਖਿਆ ਦੇ ਪ੍ਰਸਾਰ ਦੇ ਲਈ ਗੱਲ ਕਰਨ, ਬਿਮਾਰੀਆਂ ਦੀ ਰੋਕਥਾਮ ਦੇ ਵਿਸ਼ਿਆਂ ਤੇ ਗੱਲ ਕਰਨ। ਇਸ ਤਰ੍ਹਾਂ ਦੇ ਸਾਂਝੇ ਮੁੱਦਿਆਂ ਦੇ ਉੱਤੇ ਕੰਮ ਕਰਨ ਜਿਹਦੇ ਨਾਲ ਕਿ ਆਪਸ ਦੇ ਵਿੱਚ ਇਹਨਾਂ ਦਾ ਮਿੱਤਰਤਾ ਵੀ ਵਧੇ ਅਤੇ ਪੂਰੇ ਸਾਡੇ ਦੱਖਣ ਏਸ਼ੀਆ ਦੇ ਖੇਤਰ ਦਾ ਵਿਕਾਸ ਵੀ ਹੋ ਸਕੇ। ਠੀਕ ਹੈ ਨਾ, ਵੀ ਮਤਲਬ ਜਿਹੜੀ ਗੱਲ ਦੇ ਨਾਲ ਆਪਾਂ ਪੰਜਾਬੀ 'ਚ ਕਹਿੰਦੇ ਆ ਵੀ ਜਿਹੜੀ ਗੱਲ ਦੇ ਉੱਤੇ ਲੜਾਈ ਹੁੰਦੀ ਹੈ ਉਹ ਗੱਲ ਜ਼ਰੂਰ ਕਰਨੀ ਹੈ। ਆਮ ਤੌਰ ਤੇ ਪੰਜਾਬੀ 'ਚ ਕਿਹਾ ਜਾਂਦਾ ਵੀ ਜਿਹੜੀ ਗੱਲ ਜਦ ਪਤਾ ਵੀ ਇਸ ਵਿਸ਼ੇ ਤੇ ਗੱਲ ਕਰੇ ਤੇ ਲੜਾਈ ਹੋ ਜਾਣੀ, ਦੈਨ ਅਵੋਇਡ ਇਟ, ਕਿਸੇ ਹੋਰ ਵਿਸ਼ੇ ਤੇ ਗੱਲ ਕਰ ਲਓ। ਜ਼ਰੂਰੀ ਤਾਂ ਨਹੀਂ ਹੈ, ਹੁਣ ਮੰਨ ਲਓ ਮੈਂ ਆ, ਹੁਣ ਮੈਂ ਤੁਹਾਡੇ ਨਾਲ, ਹੁਣ ਮੈਂ ਗੁੱਸਾ ਚੜਾਉਣਾ ਹੋਵੇ, ਮੈਂ ਬਸ ਇਸ ਗੁੱਸਾ ਚੜਾ ਸਕਦੀ ਹਾਂ ਵੀ ਤੁਸੀਂ ਕਲਾਸ ਨਹੀਂ ਲਾ ਰਹੇ, ਬੱਚੇ ਕਲਾਸ ਨਹੀਂ ਲਾਉਂਦੇ, ਇਸ ਗੱਲ ਨੂੰ ਜੇ ਮੈਂ ਡਿਸਕਸ ਕਰਨ ਲੱਗ ਜਾਂਗੀ ਹੁਣ ਮੈਨੂੰ ਮੇਰਾ ਹੀ ਪਾਰਾ ਹਾਈ ਹੋ ਜਾਣਾ, ਮੈਨੂੰ ਪਤਾ। ਸੋ ਜ਼ਰੂਰੀ ਨਹੀਂ ਕਿ ਜਦੋਂ ਸਬਮਿਟ ਹੁੰਦੀ ਹੈ ਤਾਂ ਇਹ ਕੀ ਕਿਹਾ ਸੰਜੀਵ ਭਾਰਤੀ, ਕੀ ਕਹਿ ਰਹੇ ਹੋ? ਮੈਮ ਪੰਜਾਬੀ ਦੀ ਕਲਾਸ ਸ਼ੁਰੂ ਹੋ ਗਈ ਜੀ। ਅੱਛਾ ਕੋਈ ਨਾ, ਬਸ ਮੈਂ ਖਤਮ ਕਰ ਰਹੀ ਹਾਂ। ਠੀਕ ਹੈ, ਤੇ ਇਸ ਕਰਕੇ ਬੱਚੇ ਇਹ ਜਿਹੜਾ ਹੈ ਸਾਰਕ ਦੇ ਵਿੱਚ ਉਹਨਾਂ ਵਿਸ਼ਿਆਂ ਤੇ ਗੱਲਬਾਤ ਕੀਤੀ ਜਾਵੇ ਜਿਹਦੇ ਨਾਲ ਕਿ ਆਰਥਿਕ ਵਿਕਾਸ ਹੋ ਸਕੇ ਤੇ ਸਾਰਕ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਅਗਲੀ ਜੋ ਤੁਹਾਡਾ ਕਲਾਸ ਹੋਏਗੀ ਕੱਲ ਨੂੰ, ਹੋ ਸਕਦਾ ਮੈਂ ਛੁੱਟੀ ਤੇ ਹੋਵਾਂ, ਮੰਡੇ ਵਾਲੀ ਕਲਾਸ ਦੇ ਵਿੱਚ ਅਸੀਂ ਬੱਚੇ ਨਵਾਂ ਚੈਪਟਰ ਸਟਾਰਟ ਕਰਾਂਗੇ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਮੈਮ। ਥੈਂਕ ਯੂ ਮੈਮ।